ਦੋਸਤੋ ਤੁਹਾਡਾ ਮਨਪਸੰਦ ਪ੍ਰੋਗਰਾਮ ਅੱਜ ਦਾ ਮਸਲਾ ਲੈ ਕੇ ਇੱਕ ਵਾਰੀ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਮੈਂ ਹਾਂ ਅਰਵਿੰਦਰ ਸਿੰਘ ਭੱਟੀ। ਤੁਹਾਡਾ ਮਨਪਸੰਦ ਪ੍ਰੋਗਰਾਮ ਇਸ ਕਰਕੇ ਕਿ ਸਾਨੂੰ ਬਹੁਤ ਸਾਰੀਆਂ ਚਿੱਠੀਆਂ, ਤੁਹਾਡੇ ਈਮੇਲਸ, ਤੁਹਾਡੇ ਟੈਲੀਫੋਨ ਕਾਲਸ ਆਉਂਦੇ ਰਹਿੰਦੇ ਆ, ਜਿਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਬਹੁਤ ਪਸੰਦ ਕਰਦੇ ਹੋ। ਤੁਸੀਂ ਚਾਹੁੰਦੇ ਹੋ ਕਿ ਕੋਈ ਨਾ ਕੋਈ ਮਸਲਾ ਇੱਥੇ ਅਸੀਂ ਵਿਚਾਰ ਵਟਾਂਦਰਾ ਕਰਦੇ ਰਹੀਏ ਅਤੇ ਉਸ ਮਸਲੇ ਦਾ ਹੱਲ ਲੱਭਦੇ ਰਹੀਏ। ਅੱਜ ਜਿਹੜਾ ਅਸੀਂ ਟੌਪਿਕ ਲਿਆ ਉਹ ਬਹੁਤ ਹੀ ਗੰਭੀਰ ਟੌਪਿਕ ਹੈ, ਕਿਉਂਕਿ 31 ਮਾਰਚ ਆਉਣ ਵਾਲੀ ਹੈ, ਸਾਲ ਦਾ ਅੰਤ ਆਉਣ ਵਾਲਾ, ਅਤੇ ਇਨਕਮ ਟੈਕਸ ਭਰਨ ਦੀ ਆਖਰੀ ਤਰੀਕ ਤਕਰੀਬਨ ਇਹੀ ਹੁੰਦੀ ਹੈ। ਅਤੇ ਮੈਂ ਚਾਹੁੰਦਾ ਕਿ ਇਸ ਮਸਲੇ 'ਤੇ ਕੁਛ ਮਾਹਰ ਮਹਿਮਾਨਾਂ ਨਾਲ ਅਸੀਂ ਗੱਲਬਾਤ ਕਰ ਲਈਏ ਅਤੇ ਕੁਛ ਤੁਹਾਡੇ ਸਵਾਲਾਂ ਦਾ ਜਵਾਬ ਸਾਨੂੰ ਵੀ ਮਿਲ ਸਕੇ। ਸਾਡੇ ਜਿਹੜੇ ਮਹਿਮਾਨ ਸਾਡੇ ਕੋਲ ਬੈਠੇ ਨੇ, ਸਭ ਤੋਂ ਪਹਿਲਾਂ ਮੇਰੇ ਕੋਲ ਬੈਠੇ ਨੇ ਡਾਕਟਰ ਗਿਰੀਸ਼ ਬਾਲੀ, ਐਡੀਸ਼ਨਲ ਕਮਿਸ਼ਨਰ ਨੇ ਜੀ ਇਨਕਮ ਟੈਕਸ ਦੇ। ਬਾਲੀ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਸਟੂਡੀਓ 'ਚ ਆਏ। ਸਾਡੇ ਦੂਜੇ ਜਿਹੜੇ ਮਾਹਰ ਮਹਿਮਾਨ ਨੇ ਉਹ ਇੰਦਰਬੀਰ ਸਿੰਘ ਅਰੋੜਾ ਨੇ। ਇਹ ਚਾਰਟਰਡ ਅਕਾਊਂਟੈਂਟ ਨੇ, 32 ਸਾਲ ਦਾ ਇਹਨਾਂ ਨੂੰ ਤਜਰਬਾ ਹੈ ਇਸ ਕੰਮ 'ਚ। ਇਹ ਵੀ ਕੁਛ ਸਾਡੇ ਸਵਾਲਾਂ ਦਾ ਜਵਾਬ ਅੱਜ ਦੇਣਗੇ, ਜਿੱਥੋਂ ਤੱਕ ਸਵਾਲ ਹੈ ਇਨਕਮ ਟੈਕਸ ਦਾ। ਅਤੇ ਸਾਡਾ ਜਿਹੜਾ ਟੌਪਿਕ ਅਸੀਂ ਰੱਖਿਆ ਉਹ ਇਹ ਹੈ ਕਿ ਦੇਸ਼ ਦੀ ਤਰੱਕੀ 'ਚ ਇਨਕਮ ਟੈਕਸ ਦਾ ਕੀ ਯੋਗਦਾਨ ਹੈ। ਦਰਅਸਲ ਲੋਕ ਇਨਕਮ ਟੈਕਸ ਦੇਣ ਤੋਂ ਘਬਰਾਉਂਦੇ ਆ, ਪਰ ਅੱਜ ਅਸੀਂ ਇਹ ਡਿਸਕਸ ਕਰਾਂਗੇ ਕਿ ਇਨਕਮ ਟੈਕਸ ਕਿਉਂ ਦੇਣਾ ਚਾਹੀਦਾ ਅਤੇ ਕਿਉਂ ਘਬਰਾਉਣਾ ਨਹੀਂ ਚਾਹੀਦਾ, ਅਤੇ ਇਹ ਪੈਸਾ ਕਿੱਥੇ ਜਾਂਦਾ ਹੈ। ਇਹਨਾਂ ਸਵਾਲਾਂ ਦੇ ਜਵਾਬ ਅਸੀਂ ਲਵਾਂਗੇ, ਪਰ ਉਸ ਤੋਂ ਪਹਿਲਾਂ ਜੇ ਤੁਸੀਂ ਕੋਈ ਸਵਾਲ ਆਪਣੇ ਤੌਰ 'ਤੇ ਸਾਡੇ ਮਾਹਰ ਮਹਿਮਾਨਾਂ ਕੋਲੋਂ ਪੁੱਛਣਾ ਚਾਹੁੰਦੇ ਹੋ ਜਾਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਫੋਨ ਕਾਲ ਕਰ ਸਕਦੇ ਹੋ। ਸਾਡਾ ਟੈਲੀਫੋਨ ਨੰਬਰ ਨੋਟ ਕਰ ਲਓ। ਜਲੰਧਰ ਦਾ ਕੋਡ 0181 281 42 61, 0181 281 42 64। ਸਾਨੂੰ ਤੁਹਾਡੇ ਫੋਨ ਕਾਲਸ ਦਾ ਇੰਤਜ਼ਾਰ ਰਹੇਗਾ ਅਤੇ ਗੱਲਬਾਤ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਸਵਾਲ ਮੇਰਾ ਡਾਕਟਰ ਬਾਲੀ ਨੂੰ। ਡਾਕਟਰ ਸਾਹਿਬ, ਇਹ ਦੱਸੋ ਕਿ ਇਨਕਮ ਟੈਕਸ ਤੋਂ ਜਿਹੜਾ ਇਕੱਠਾ ਹੋਇਆ ਪੈਸਾ ਹੈ, ਅਰਬਾਂ ਰੁਪਏ ਹਰ ਸਾਲ ਇਕੱਠਾ ਹੁੰਦਾ ਹੈ, ਉਹ ਕਿੱਥੇ ਜਾਂਦਾ ਹੈ, ਕਿੱਦਾਂ ਉਹਦਾ ਤੁਸੀਂ ਯੂਜ਼ ਕਰਦੇ ਹੋ? ਅਸਲ 'ਚ ਅਸੀਂ ਇੱਕ ਕਿਉਂਕਿ ਜਿਹੜਾ ਕਰਦਾਤਾ ਹੈ ਉਹ ਜਦੋਂ ਟੈਕਸ ਦਿੰਦਾ ਉਹਦੇ ਮਨ ਵਿੱਚ ਬੜੀ ਵੱਡੀ ਇੱਕ ਗੱਲ ਰਹਿੰਦੀ ਹੈ ਕਿ ਇਹ ਜਿਹੜਾ ਪੈਸਾ ਮੈਂ ਦੇ ਰਿਹਾ ਕਿੱਥੇ ਜਾ ਰਿਹਾ ਹੈਗਾ। ਜੀ। ਤੋ ਯੂਜੂਅਲੀ ਅਸੀਂ ਇਸ ਐਸਪੈਕਟ ਨੂੰ ਭੁੱਲ ਜਾਂਦੇ ਹਾਂ। ਅਸੀਂ ਟੈਕਸ ਦੇਣ ਵੇਲੇ ਯਾਦ ਰੱਖਦੇ ਹਾਂ ਟੈਕਸ ਦਿੱਤਾ ਤਾਂ ਹੈ ਜੀ, ਲੇਕਿਨ ਸਰਕਾਰ ਸਾਡੇ ਲਈ ਕੀ ਕੁਛ ਕਰ ਰਹੀ ਹੈ ਉਹਨੂੰ ਅਸੀਂ ਉਹਨੂੰ ਬੋਝ ਜਿਹਾ ਸਮਝਦੇ ਹਾਂ ਕਿ ਇਹ ਪੈਸੇ ਤੇ ਗਏ, ਇਹਦਾ ਟੈਕਸ ਚਲਾ ਗਿਆ। ਜੀ ਜੀ ਜੀ। ਲੇਕਿਨ ਮੈਂ ਅੱਜ ਦੂਰਦਰਸ਼ਨ ਦੇ ਮਾਧਿਅਮ ਨਾਲ ਜਿਹੜੇ ਲੋਕ ਸਾਨੂੰ ਦੇਖ ਰਹੇ ਆ, ਮੈਂ ਕੁਛ ਚੀਜ਼ਾਂ ਜਿਹੜੀਆਂ ਵੱਡੇ ਤੌਰ 'ਤੇ ਬਹੁਤ ਨਿਟੀਗ੍ਰਿਟੀਜ਼ ਵਿੱਚ ਜਾਣਾ ਕਈ ਵਾਰੀ ਪੋਸੀਬਲ ਨਹੀਂ ਹੁੰਦਾ ਜੀ, ਲੇਕਿਨ ਜੇ ਅੱਜ ਅਸੀਂ ਕੰਟਰੀ ਦੇ ਵਿੱਚ ਛੋਟੇ ਛੋਟੇ ਪਿੰਡਾਂ ਤੱਕ, ਸ਼ਹਿਰਾਂ 'ਤੇ ਹਾਈਵੇਜ਼ ਨੂੰ ਬਣਦੇ ਹੋਏ ਦੇਖ ਰਹੇ ਹਾਂ ਅਤੇ ਸਰਕਾਰ ਉਹਦਾ ਪੈਸਾ ਕਿੱਥੋਂ ਲਿਆਂਦੀ ਹੈ। ਜੀ। ਜੇ ਅਸੀਂ ਦੇਸ਼ ਦੀ ਸਿਕਿਉਰਿਟੀ ਦੀ ਗੱਲ ਕਰੀਏ ਵੀ ਜਿਹੜੀ ਡਿਫੈਂਸ ਫੋਰਸਿਸ ਸਾਡੀ ਬਾਰਡਰਸ 'ਤੇ ਖੜੀਆਂ ਨੇ, ਜੀ ਜੀ, ਜੇ ਸਾਡੇ ਬਾਰਡਰ ਸਿਕਿਉਰ ਆ, ਅਸੀਂ ਰਾਤ ਨੂੰ ਆਰਾਮ ਨਾਲ ਸੌਂਦੇ ਹਾਂ। ਜੀ ਜੀ। ਜੇ ਅਸੀਂ ਕੋਈ ਮਿਲਟਰੀ ਇਕੁਇਪਮੈਂਟ ਜਿੱਦਾਂ ਪਰਚੇਜ਼ ਕਰਦੀ ਹੈ ਗੌਰਮੈਂਟ ਦੇਸ਼ ਦੀ ਸੁਰੱਖਿਆ, ਅਰਬਾਂ ਖਰਬਾਂ ਦਾ ਬਜਟ ਹੈ ਜੀ, ਉਹ ਪੈਸਾ ਜਿਹੜਾ ਹੈਗਾ ਸਾਰੀ ਦੇਸ਼ ਦੀ ਸਿਕਿਉਰਿਟੀ ਲਈ ਉਹ ਕਿੱਥੋਂ ਆਉਂਦਾ ਹੈਗਾ। ਹੁਣ ਲੇਟੈਸਟ ਐਗਜ਼ਾਮਪਲ ਅਸੀਂ ਕੋਟ ਕਰੀਏ ਵੀ ਜਿਹੜੀ ਕੋਵਿਡ ਦੀ ਵੈਕਸੀਨ ਹੈਗੀ ਹੈ, ਸਰਕਾਰੀ ਹਸਪਤਾਲਾਂ 'ਚ ਫ੍ਰੀ ਲੱਗ ਰਹੀ ਹੈ, ਲੇਕਿਨ ਉਹਦਾ ਮਤਲਬ ਇਹ ਨਹੀਂ ਹੈ ਕਿ ਸਰਕਾਰ ਨੂੰ ਉਹਦੀ ਪੇਮੈਂਟ ਨਹੀਂ ਕਰਨੀ ਪਏ। ਜੀ ਜੀ, ਖਰਚਾ ਤਾਂ ਹੁੰਦਾ ਹੀ ਹੈ। ਹਾਂ, ਤੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਸਰਕਾਰ ਕਿੱਥੋਂ ਕਰੇਗੀ? ਉਸ ਕੰਟਰੀਬਿਊਸ਼ਨ ਅਲਟੀਮੇਟਲੀ ਦੇਸ਼ ਦੇ ਹੀ ਲੋਕਾਂ ਤੋਂ ਹੀ ਆ ਰਹੀ ਹੈ। ਮੈਂ ਤਾਂ ਹੀ ਕਹਿੰਦਾ ਕਿ ਅਸੀਂ ਟੈਕਸ ਨੂੰ ਨੈਗੇਟਿਵ ਇੱਕ ਗਲਤ ਨਜ਼ਰੀਏ ਨਾਲ ਨਾ ਦੇਖਿਆ ਜਾਏ। ਇਹ ਇੱਕ ਤਰੀਕੇ ਦੀ ਕੰਟਰੀਬਿਊਸ਼ਨ ਹੈ ਜੀ, ਹਰ ਹੱਸ ਕੇ ਦੇਣਾ ਚਾਹੀਦਾ ਬੰਦੇ ਨੂੰ, ਹਰ ਸਿਟੀਜ਼ਨ ਦੀ, ਹਰ ਦੇਸ਼ ਵਾਸੀ ਦੀ। ਇਹ ਇੱਕ ਕੰਟਰੀਬਿਊਸ਼ਨ ਹੈਗੀ ਹੈ ਕੰਟਰੀ ਦੀ ਡਿਵੈਲਪਮੈਂਟ ਦੇ ਵਿੱਚ, ਇਹ ਕੰਟਰੀ ਦੀ ਡਿਵੈਲਪਮੈਂਟ ਵਿੱਚ। ਜੇ ਅਸੀਂ ਜਿੱਦਾਂ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਹਾਂ ਅਤੇ ਅਸੀਂ ਕਰਦੇ ਹਾਂ ਨਾ ਖਰਚਾ ਉਹਨਾਂ ਦੇ ਉੱਪਰ, ਤਾਂ ਦੇਸ਼ ਵੀ ਤਾਂ ਸਾਡੀ ਮਾਂ ਹੈ। ਸਾਡੀ ਮਾਂ ਲਈ ਜੇ ਅਸੀਂ ਆਪਣੀ ਪੇਰੈਂਟਸ ਲਈ, ਅਸੀਂ ਆਪਣੇ ਬੱਚਿਆਂ ਲਈ ਕਰਦੇ ਹਾਂ, ਤਾਂ ਦੇਸ਼ ਵੀ ਸਾਡਾ ਉੱਦਾਂ ਹੀ ਇੱਕ। ਅਤੇ ਜੇ ਅਸੀਂ ਉਹਦੇ ਲਈ ਵੀ ਥੋੜ੍ਹੀ ਕੰਟਰੀਬਿਊਸ਼ਨ ਕਰਦੇ ਹਾਂ ਤਾਂ ਸਾਨੂੰ ਉਹਦੇ 'ਚ ਕਦੇ ਨੈਗੇਟਿਵ ਫੀਲ ਨਹੀਂ ਕਰਨਾ ਚਾਹੀਦਾ। ਇਟਸ ਅ ਪੋਜ਼ੀਟਿਵ ਥਿੰਗ। ਡਾਕਟਰ ਸਾਹਿਬ, ਮੈਨੂੰ ਇਹ ਲੱਗਦਾ ਕਿ ਬਾਕੀ ਦੇਸ਼ਾਂ 'ਚ ਜਿਹੜੇ ਡਿਵੈਲਪ ਕੰਟਰੀਜ਼ ਨੇ ਉੱਥੇ ਵੀ ਕਾਫੀ ਟੈਕਸਿਸ ਨੇ, ਉੱਥੇ ਬੜੇ ਲੋਕ ਆਰਾਮ ਨਾਲ ਦਿੰਦੇ ਆ। ਇੱਥੇ ਪਤਾ ਨਹੀਂ ਕਿਉਂ ਲੋਕ ਸੋਚਦੇ ਕਿ ਇਹ ਇੱਕ ਬੋਝ ਹੈ। ਨਹੀਂ, ਐਸਾ ਮੈਂ ਨਹੀਂ ਕਹੂੰਗਾ ਬੋਝ ਹੈਗਾ ਜੀ। ਫਰਕ ਸਿਰਫ ਇੰਨਾ ਹੈ ਕਿ ਸਾਡੇ ਟੈਕਸ ਸਿਸਟਮ ਇਵੋਲਵਿੰਗ ਟੈਕਸ ਸਿਸਟਮ ਹੈ। ਅਸੀਂ ਪਿਛਲੇ 10-15 ਸਾਲ ਦੇ ਵਿੱਚ ਇਨਕਮ ਟੈਕਸ ਡਿਪਾਰਟਮੈਂਟ 'ਚ ਬਹੁਤ ਚੇਂਜ ਦੇਖਿਆ ਹੈਗਾ। ਚੇਂਜ ਦਾ ਮਤਲਬ ਹੈ ਵੀ ਅਸੀਂ ਇੱਕ ਮੈਨੂਅਲ ਸਿਸਟਮ ਤੋਂ ਟੋਟਲੀ ਡਿਜੀਟਾਈਜ਼ਡ ਸਿਸਟਮ ਵੱਲ ਚਲੇ ਗਏ ਹਾਂ। ਪਹਿਲਾਂ ਲੋਕਾਂ ਨੂੰ ਮੈਂ ਜਿੱਦਾਂ ਅਸੀਂ ਸਟੂਡੀਓ 'ਚ ਬੈਠਣ ਤੋਂ ਪਹਿਲਾਂ ਵੀ ਗੱਲ ਕਰ ਰਹੇ ਸੀ ਵੀ 500 ਬੰਦੇ ਦੀ ਲਾਈਨ ਅਸੀਂ ਦਫ਼ਤਰਾਂ ਦੇ ਬਾਹਰ ਲੱਗੇ ਹੋਏ ਦੇਖੀ ਹੈ। ਉਹ ਚੀਜ਼ਾਂ ਖਤਮ ਹੋ ਚੁੱਕੀਆਂ। ਅੱਜ ਲੋਕ ਬੜੇ ਆਰਾਮ ਦੇ ਨਾਲ ਆਪਣੀ ਰਿਟਰਨਾਂ ਫਾਈਲ ਕਰਦੇ ਨੇ। ਉਹ ਇੱਕ ਜਿਹੜਾ ਤੁਸੀਂ ਕਹਿ ਰਹੇ ਹੋ ਡਰ ਸੀ, ਉਹ ਡਰ ਨਹੀਂ ਮੈਂ ਕਹੂੰਗਾ, ਉਹ ਸ਼ਾਇਦ ਸਰਕਾਰੀ ਮਹਿਕਮੇ ਨਾਲ ਜਿਹੜਾ
ਕੋਈ ਵੀ ਇਨਸਾਨ ਨੂੰ ਹੁੰਦਾ ਕਿ ਮੈਂ ਉਲਝ ਨਾ ਜਾਵਾਂ, ਇੱਕ ਇਦਾਂ ਦੀ ਫੀਲਿੰਗ ਹੁੰਦੀ ਹੈ ਸਰਕਾਰੀ ਮਹਿਕਮਾ ਪਤਾ ਨਹੀਂ ਉਲਝ ਜਾਵਾਂਗੇ। ਲੇਕਿਨ ਮੈਂ ਵਿਸ਼ਵਾਸ ਦਿਲਾ ਸਕਦਾ ਕਿ ਅੱਜ ਦੀ ਡੇਟ ਦੇ ਵਿੱਚ ਇਨਕਮ ਟੈਕਸ ਡਿਪਾਰਟਮੈਂਟ ਇੱਕ ਵਨ ਆਫ ਦੀ ਮੋਸਟ ਪ੍ਰੋਫੈਸ਼ਨਲ ਡਿਪਾਰਟਮੈਂਟਸ ਹੈ ਜਿੱਥੇ ਕਿ ਇੰਨੇ ਵਧੀਆ ਤਰੀਕੇ ਨਾਲ ਕੰਮ ਕੀਤਾ ਜਾਂਦਾ ਹੈਗਾ। ਮੇਰੇ ਕੋਲ ਲਾਈਵ ਐਗਜ਼ਾਮਪਲਸ ਐਸੇ ਹੈਗੇ ਨੇ ਜਿੱਥੇ ਅਸੀਂ ਕਿਸੇ ਕਰਦਾਤਾ ਨੇ ਰਿਟਰਨ ਫਾਈਲ ਕੀਤੀ ਤਾਂ ਹਫਤੇ ਦੇ ਵਿੱਚ ਰਿਫੰਡ ਉਹਦੇ ਅਕਾਊਂਟ 'ਚ ਆ ਚੁੱਕਾ ਹੈਗਾ। ਸਾਰਾ ਸੌਖਾ ਹੋ ਗਿਆ। ਇਹ ਚੀਜ਼ਾਂ ਬਹੁਤ ਜ਼ਿਆਦਾ ਸਟਰੀਮਲਾਈਨ ਹੋ ਗਈਆਂ ਨੇ, ਹੋ ਰਹੀਆਂ ਨੇ ਹੋਰ। ਮੈਂ ਨਹੀਂ ਕਹੂੰਗਾ ਕਿ ਅਸੀਂ 100% ਬਿਲਕੁਲ ਸਭ ਕੁਝ ਠੀਕ ਕਰ ਲਿਆ ਜਾਂ ਸਭ ਕੁਝ ਇਨ ਆਰਡਰ ਹੈ, ਬਟ ਐਵਰੀ ਡੇ ਵੀ ਆਰ ਇੰਪਰੂਵਿੰਗ, ਹਰ ਦਿਨ ਅਸੀਂ ਇੰਪਰੂਵ ਕਰ ਰਹੇ। ਅਗਲਾ ਸਵਾਲ ਮੈਂ ਅਰੋੜਾ ਸਾਹਿਬ ਨੂੰ ਪੁੱਛਾਂਗਾ। ਅਰੋੜਾ ਸਾਹਿਬ, ਤੁਸੀਂ CEO, ਅਕਸਰ ਤੁਹਾਨੂੰ ਐਨਗੇਜ ਇਸੇ ਕਰਕੇ ਕੀਤਾ ਜਾਂਦਾ ਕਿ ਟੈਕਸ ਘੱਟ ਕਿੱਦਾਂ ਦਿੱਤਾ ਜਾਵੇ ਜਾਂ ਟੈਕਸ ਤੋਂ ਕਿੱਦਾਂ ਬਚਿਆ ਜਾਵੇ। ਤੁਸੀਂ ਕੀ ਸਮਝਦੇ ਹੋ ਕਿ ਲੋਕੀ ਟੈਕਸ ਕਿਉਂ ਨਹੀਂ ਦੇਣਾ ਚਾਹੁੰਦੇ? ਮੈਂ ਸਮਝਦਾ ਪੱਟੀ ਸਾਹਿਬ ਕਿ ਲੋਕਾਂ ਦੀ ਸੋਚ ਓਵਰ ਦਾ ਪੀਰੀਅਡ ਬਦਲੀ ਹੈ ਜੀ। ਹੁਣ ਐਸੀ ਸੋਚ ਜਿਹੜੀ ਬਹੁਤ ਘੱਟ ਰਹਿ ਗਈ ਹੈ, ਕੁਛ ਹੱਦ ਤੱਕ ਖਤਮ ਹੋ ਗਈ ਜੇ ਕਹਿ ਲਈਏ, ਤੇ ਗਲਤ ਨਹੀਂ ਕਹਾਂਗਾ ਮੈਂ ਕਿ ਹਰ ਬੰਦਾ ਆਪਣਾ ਜਿਹੜਾ ਬੰਦਾ ਟੈਕਸ ਹੈ ਬਣਦੀ ਜ਼ਿੰਮੇਵਾਰੀ ਉਹ ਭੁਗਤਾਉਣਾ ਚਾਹੁੰਦਾ ਹੈ, ਔਰ ਰੀਜ਼ਨੇਬਲ ਟੈਕਸ ਦੇ ਰੇਟ ਹੋਣ ਤੋਂ ਬਾਅਦ ਇਹ ਚੀਜ਼ਾਂ ਹੋਰ ਸੌਖੀਆਂ ਹੋ ਗਈਆਂ ਨੇ, ਹੋਰ ਅਫੋਰਡੇਬਲ ਹੋ ਗਈਆਂ ਨੇ, ਤੇ ਹਰ ਬੰਦਾ ਟੈਕਸ ਜਿਹੜੀ ਉਹਦੀ ਲਾਇਬਿਲਿਟੀ ਹੈ ਉਹਨੂੰ ਦੇ ਕੇ ਖੁਸ਼ ਹੈਗਾ। ਐਸੀ ਗੱਲ ਨਹੀਂ ਹੈ। ਕੁਛ ਦੇਖੋ ਐਕਸੈਪਸ਼ਨਸ ਹਮੇਸ਼ਾ ਹੁੰਦੀਆਂ ਨੇ, ਰਹਿਣਗੀਆਂ, ਠੀਕ ਹੈ ਨਾ, ਬਟ ਓਵਰਆਲ ਜੇ ਕਹੀਏ ਤੇ ਆਮ ਜਿਹੜਾ ਬੰਦਾ ਹੈਗਾ, ਬਿਜ਼ਨਸਮੈਨ ਹੈਗਾ ਜਾਂ ਸੈਲਰੀਡ ਦੀ ਤੇ ਗੱਲ ਹੀ ਖਤਮ ਹੋ ਜਾਂਦੀ ਹੈ ਨਾ, ਕਿਉਂਕਿ ਸੈਲਰੀਡ ਦਾ ਟੈਕਸ ਤੇ ਸੋਰਸ ਤੇ ਕੱਟਿਆ ਜਾਣਾ ਤੇ ਬਿਜ਼ਨਸਮੈਨ ਵੀ ਖੁਸ਼ ਹੋ ਕੇ ਟੈਕਸ ਦੇ ਰਿਹਾ, ਕੋਈ ਐਸੀ ਗੱਲ ਨਹੀਂ ਹੈ ਜੀ। ਤੁਸੀਂ ਰੀਜ਼ਨੇਬਲ ਟੈਕਸ ਦੀ ਗੱਲ ਕੀਤੀ ਹੈ, ਬਾਲੀ ਸਾਹਿਬ, ਤੁਹਾਨੂੰ ਲੱਗਦਾ ਕਿ ਅੱਜ ਕੱਲ੍ਹ ਜਿਹੜੇ ਟੈਕਸ ਸਲੈਬ ਚੱਲ ਰਹੇ ਉਹ ਰੀਜ਼ਨੇਬਲ ਨੇ? ਜੀ, ਤੁਸੀਂ ਦੇਖੋ ਕਾਰਪੋਰੇਟ ਟੈਕਸ ਜਿਹੜਾ ਹੈਗਾ ਉਹਨੂੰ ਪਿਛਲੇ ਸਾਲ ਕਾਫੀ ਰਿਡਿਊਸ ਕੀਤਾ ਗਿਆ, ਤਕਰੀਬਨ 25% ਦੇ ਕਰੀਬ ਆ ਗਿਆ ਹੈਗਾ। ਜੇ ਤੁਸੀਂ ਉਹਨੂੰ ਆਸ-ਪਾਸ ਦੀਆਂ ਇਕੋਨਮੀਜ਼ ਨਾਲ ਕੰਪੇਅਰ ਕਰੋ ਤਾਂ ਅਸੀਂ ਕਾਫੀ ਇਕੋਨਮੀਜ਼ ਤੋਂ ਘੱਟ ਲੈਵਲ ਤੇ ਚੱਲ ਰਹੇ ਹੈਗੇ। ਜੀ ਤੋ ਬਹੁਤ ਰੀਜ਼ਨੇਬਲ ਨੇ। ਐਂਡ ਜਿਹੜੇ 30% ਸਲੈਬ ਵਿੱਚ ਵੀ ਲੋਕ ਆਉਂਦੇ ਨੇ, ਉਹਨੀਆਂ ਡਿਡਕਸ਼ਨਸ, ਇੰਨੀਆਂ ਸਾਨੂੰ ਐਗਜ਼ੈਂਪਸ਼ਨਸ ਦਿੱਤੀਆਂ ਗਈਆਂ ਨੇ ਜਿੱਥੇ ਲੋਕ ਉਹਨਾਂ ਦਾ ਫਾਇਦਾ ਉਠਾ ਸਕਦੇ ਨੇ। ਉਹ ਐਗਜ਼ੈਂਪਸ਼ਨਸ ਦਾ ਦੱਸਣ ਵਾਸਤੇ ਸੀਏ ਸਾਹਿਬ ਬੈਠੇ ਹੁੰਦੇ ਆ ਕਿ ਇਹ ਐਗਜ਼ੈਂਪਸ਼ਨ ਤੁਸੀਂ ਲਾ ਸਕਦੇ ਹੋ। ਜੀ, ਮੈਂ ਇਹਦੇ 'ਚ ਇੱਕ ਤੁਹਾਡੇ ਪਹਿਲੇ ਸਵਾਲ ਨਾਲ ਜੁਲਦੀ ਚੀਜ਼ ਹੋਰ ਐਡ ਕਰੂੰਗਾ ਕਿ ਅਸੀਂ ਦੇਖੋ ਡਿਵੈਲਪਮੈਂਟ ਵਿੱਚ ਇਨਕਮ ਟੈਕਸ ਕਈ ਵਾਰੀ ਇਨਡਾਇਰੈਕਟਲੀ ਵੀ ਹੈਲਪ ਕਰਦਾ। ਹੁਣ ਸਰਕਾਰ ਐਗਜ਼ੈਂਪਸ਼ਨ ਦਿੰਦੀ ਹੈ ਕਿ ਤੁਸੀਂ ਨਾਰਥ ਈਸਟ ਜਾ ਕੇ ਤੁਸੀਂ ਫੈਕਟਰੀ ਲਗਾਓਗੇ ਤੇ ਟੈਕਸ ਨਹੀਂ ਹੈ, 10 ਸਾਲ ਲਈ ਟੈਕਸ ਮਾਫ ਹੈ। ਤੁਸੀਂ ਇਸ ਬੈਕਵਰਡ ਏਰੀਆ ਹੈ, ਇੱਥੇ ਡਿਵੈਲਪਮੈਂਟ ਨਹੀਂ ਹੋ ਰਹੀ, ਇੱਥੇ ਜਾ ਕੇ ਤੁਸੀਂ ਇੰਡਸਟਰੀ ਸੈੱਟ ਕਰੋਗੇ ਤੇ ਇੰਨੀ ਦੇਰ ਲਈ ਟੈਕਸ ਐਗਜ਼ੈਂਪਸ਼ਨ ਹੈ। ਉੱਥੇ ਇਨਕਮ ਟੈਕਸ ਵੀ ਮਾਫ ਹੈ। ਉੱਥੇ ਤੁਹਾਨੂੰ 10 ਸਾਲ ਲਈ, 15 ਸਾਲ ਲਈ ਕੁਝ ਸਪੈਸੀਫਾਈਡ ਪੀਰੀਅਡਸ ਹੈਗੇ ਨੇ ਕਿ ਤੁਸੀਂ ਉੱਥੇ ਜਾਓਗੇ ਤੇ ਤੁਹਾਨੂੰ ਉਨੀ ਦੇਰ ਟੈਕਸ ਨਹੀਂ ਦੇਣਾ ਪਏਗਾ। ਇਹ ਇਨਡਾਇਰੈਕਟਲੀ ਪ੍ਰਮੋਟ ਕਰਨ ਲਈ ਹੈ ਵੀ ਉੱਥੇ ਵੀ ਇੰਡਸਟਰੀ ਪ੍ਰਮੋਟ ਹੋਵੇ, ਇੰਡਸਟਰੀ ਆਏਗੀ, ਇੰਪਲੋਇਮੈਂਟ ਆਏਗੀ। ਸਰਕਾਰ ਨੂੰ ਸਿਰਫ ਅਸੀਂ ਇਹ ਨਾ ਸੋਚੀਏ ਟੈਕਸ ਨਾਲ ਮਤਲਬ ਹੈ, ਸਰਕਾਰ ਟੈਕਸ ਤੋਂ ਐਗਜ਼ੈਂਪਸ਼ਨ ਵੀ ਦੇ ਰਹੀ ਹੈ ਕਿਉਂਕਿ ਸਰਕਾਰ ਚਾਹੁੰਦੀ ਕਿ ਓਵਰਆਲ ਡਿਵੈਲਪਮੈਂਟ ਹੋਏ। ਡਾਕਟਰ ਸਾਹਿਬ ਫੋਨ ਕਾਲ ਆ ਗਈ। ਹੈਲੋ कौन सा बोल रहे हो जी? मैं अवतार सिंह बोल रहा जी अमृतसर तो। हाँ जी, हाँ जी, बोलो साहब। हाँ जी, सवाल हूँ दਸਿਆ ਤੁਹਾਨੂੰ ਵੀ ਇੱਕ ਇੰਡੀਵਿਜੂਅਲ ਦੀ ਟੈਕਸ ਬਣਦਾ ਨਹੀਂ, ਰਿਕੀ ਰਿਟਰਨ ਭਰਨੀ ਹੁਣ ਜ਼ਰੂਰੀ ਹੈ ਅਗਰ ਉਹਨੇ ਪੈਨ ਨੰਬਰ ਵਗੈਰਾ ਲਿਆ ਹੋਇਆ। ਸੀਏ ਸਾਹਿਬ ਜਵਾਬ ਦਿਓ ਜੀ। ਜੀ, ਇਸ ਤਰ੍ਹਾਂ ਦਾ ਅਵਤਾਰ ਸਿੰਘ ਜੀ, ਜੇ ਤੁਹਾਡੀ ਇਨਕਮ ਟੈਕਸੇਬਲ ਕੁਆਂਟਮ 2.5 ਲੱਖ ਤੋਂ ਘੱਟ ਹੈ ਤੇ ਫਿਰ ਤੁਹਾਨੂੰ ਟੈਕਸ ਰਿਟਰਨ ਭਰਨ ਦੀ ਕੋਈ ਜ਼ਰੂਰਤ ਨਹੀਂ, ਕੋਈ ਕੰਪਲਸ਼ਨ ਨਹੀਂ ਹੈ। ਲੇਕਿਨ ਜੇ ਟੈਕਸ ਦੀ ਜਿਹੜੀ ਤੁਹਾਡੀ ਇਨਕਮ ਹੈ ਟੈਕਸੇਬਲ ਉਹ 2.5 ਲੱਖ ਤੋਂ 5 ਲੱਖ ਦੇ ਵਿੱਚ ਹੈ ਤੇ ਰਿਬੇਟ 87A ਸੈਕਸ਼ਨ ਦੀ ਹੋਣ ਕਰਕੇ ਤੁਹਾਨੂੰ ਟੈਕਸ ਨਹੀਂ ਲੱਗ ਰਿਹਾ, ਤਾਂ ਤੁਹਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਆਪਣੀ ਰਿਟਰਨ ਨਿਲ ਟੈਕਸ ਹੋਣ ਦੇ ਬਾਵਜੂਦ ਵੀ ਜ਼ਰੂਰ ਦਾਖਲ ਕਰੋ। ਲੱਗਦਾ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਜੀ। ਜੀ, ਇੱਥੋਂ ਇੱਕ ਮੇਰੇ ਦਿਮਾਗ 'ਚ ਜਿਹੜਾ ਸਵਾਲ ਆਇਆ, ਤੁਸੀਂ ਕਿਹਾ ਕਿ ਕਈ ਬੰਦਿਆਂ ਨੂੰ ਲੋੜ ਨਹੀਂ ਹੁੰਦੀ ਰਿਟਰਨਾਂ ਭਰਨ ਦੀ, ਪਰ ਜਦੋਂ ਬਾਹਰ ਜਾਣਾ ਹੁੰਦਾ ਉਹ ਇਹ ਕਹਿੰਦੇ ਆ ਕਿ ਤੁਸੀਂ 3 ਸਾਲ ਦੀਆਂ ਰਿਟਰਨਾਂ ਭਰੋ ਜਾਂ ਦਿਖਾਓ ਸਾਨੂੰ। ਉਹ ਕੀ ਚੱਕਰ ਹੁੰਦਾ ਫਿਰ? ਦੇਖੋ, ਹਰ ਉਹ ਬੰਦਾ ਜਿਹਦੀ 2.5 ਲੱਖ ਤੋਂ ਉੱਤੇ ਇਨਕਮ ਹੈ ਇੰਡੀਆ ਵਿੱਚ ਕਿਸੇ ਵੀ ਸੋਰਸ ਤੋਂ, ਕਿਸੇ ਵੀ ਆਮਦਨ ਦੇ ਵਸੀਲੇ ਤੋਂ, ਉਹਦੇ ਲਈ ਰਿਟਰਨ ਭਰਨਾ ਲਾਜ਼ਮੀ ਹੈ। ਤੇ 2.5 ਲੱਖ ਰੁਪਏ ਅੱਜ ਕੱਲ੍ਹ ਦੀ ਜ਼ਮਾਨੇ ਬਹੁਤ ਜ਼ਿਆਦਾ ਅਮਾਊਂਟ ਨਹੀਂ ਹੈ। ਸਮਝੋ ਵੀ 21,000 ਰੁਪਇਆ ਮਹੀਨਾ ਜਿਹਦੀ ਇਨਕਮ ਹੈਗੀ ਆ ਉਹ 2.5 ਲੱਖ ਬਣ ਗਿਆ। ਖਾਸ ਤੌਰ ਤੇ ਜਿਹਨੇ ਬਾਹਰ ਜਾਣਾ ਇੰਨਾ ਕੁ ਤੇ ਉਹ ਕਮਾਉਂਦਾ ਹੀ ਹੋਏਗਾ। ਜੀ, ਇੰਨਾ ਕਮਾਉਂਦਾ ਤੇ ਸਰਟਨਲੀ ਉਹਦੀ ਰਿਟਰਨ ਤੇ ਬਣਦੀ ਹੈ, ਤੇ ਰਿਟਰਨ ਉਹਨੇ ਭਰੀ ਹੋਵੇ ਤੇ ਉਹ ਈਜ਼ੀਲੀ ਦਿਖਾ ਸਕਦਾ, ਕੋਈ ਦਿੱਕਤ ਨਹੀਂ ਹੈ। ਅੱਛਾ ਸਰ, ਅਗਲਾ ਸਵਾਲ ਫਿਰ ਮੇਰਾ ਤੁਹਾਨੂੰ ਹੀ ਹੈ ਜੀ। 31 ਮਾਰਚ ਆ ਰਹੀ ਹੈ, ਨਾਰਮਲੀ ਇਹ ਆਖਰੀ ਤਰੀਕ ਹੁੰਦੀ ਹੈ ਇਨਕਮ ਟੈਕਸ ਭਰਨ ਦੀ। ਤੁਹਾਡੀ ਕੀ ਤਿਆਰੀ? ਤੁਹਾਡੇ ਜਿਹੜੇ ਕਰਦਾਤਾ, ਤੁਹਾਡੇ ਜਿਹੜੇ ਕਲਾਇੰਟ ਨੇ,
ਉਹ ਕੀ ਤਿਆਰੀ ਉਹਨਾਂ ਨੇ ਕੀਤੀ ਹੋਈ ਹੈ ਇਸ ਤਰ੍ਹਾਂ ਜੀ 31 ਮਾਰਚ ਜਿਹੜਾ ਫਾਈਨੈਂਸ਼ੀਅਰ ਦਾ ਐਂਡ ਹੈ, ਕੁਝ ਓਬਲੀਗੇਸ਼ਨਸ ਉਹਦੀਆਂ ਬਿਜ਼ਨਸਮੈਨ ਦੀਆਂ ਉਸ ਡੇਟ ਤੱਕ ਹੁੰਦੀਆਂ ਨੇ ਜੀ। ਉਹਦੇ ਵਿੱਚੋਂ ਮੁੱਖ ਤੌਰ ਤੇ ਇਨਕਮ ਟੈਕਸ ਦੀ ਗੱਲ ਜਿਵੇਂ ਬਾਲੀ ਸਾਹਿਬ ਨੇ ਕੀਤੀ ਹੈ, ਤੇ ਉਹਦੇ ਵਿੱਚ ਐਡਵਾਂਸ ਟੈਕਸ ਦੀਆਂ 4 ਕਿਸ਼ਤਾਂ ਜਾਂਦੀਆਂ ਨੇ ਜੀ। ਕੁਝ ਕੁ ਵਿਅਕਤੀਆਂ ਨੂੰ ਛੱਡ ਕੇ ਬਾਕੀ ਸਭ ਨੂੰ ਆਪਣੀ ਇਨਕਮ ਤੇ ਜਿੰਨਾ ਟੈਕਸ ਸਾਲ ਦਾ ਬਣਦਾ ਹੈ ਉਹਨੂੰ ਐਡਵਾਂਸ 4 ਕਿਸ਼ਤਾਂ ਜਮ੍ਹਾਂ ਕਰਾਉਣਾ ਪੈਂਦਾ, ਜਿਹੜਾ ਜੂਨ, ਸਤੰਬਰ, ਦਸੰਬਰ, ਮਾਰਚ ਵਿੱਚ ਜਾਂਦਾ ਹੈ, ਤੇ ਉਹਦੀ ਚੌਥੀ ਕਿਸ਼ਤ ਜਿਹੜੀ ਹੈ ਉਹ 15 ਮਾਰਚ ਨੂੰ ਡਿਊ ਹੈ ਜੀ। 3 ਦਿਨ ਰਹਿ ਗਏ ਨੇ ਤੇ ਉਹ ਸਭ ਤੋਂ ਪਹਿਲਾ ਕੰਮ ਤੇ 31 ਮਾਰਚ ਤੋਂ ਪਹਿਲਾਂ ਇਹ ਕਰਨ ਵਾਲਾ ਹਰ ਬਿਜ਼ਨਸਮੈਨ ਦਾ ਕਿ ਜਿਹੜੀ ਉਹਦੀ ਟਰੂ ਇਨਕਮ ਜੋ ਬਣਦੀ ਹੈ, ਜੋ ਐਸਟੀਮੇਟ ਹੈ ਹੁਣ ਤੱਕ ਦਾ ਪਿਛਲੇ 11.5 ਮਹੀਨੇ ਦਾ, ਉਹਦੇ ਹਿਸਾਬ ਨਾਲ ਜੋ ਇਨਕਮ ਬਣਦੀ ਹੈ ਉੱਤੇ ਜੋ ਟੈਕਸ ਹੈ ਉਹਦੇ ਚੋਂ ਪਹਿਲਾਂ 3 ਕਿਸ਼ਤਾਂ ਜਿੰਨਾ ਜਮ੍ਹਾਂ ਕਰਾਇਆ ਉਹ ਲੈਸ ਕਰਕੇ ਤੇ ਬਾਕੀ ਜਮ੍ਹਾਂ ਕਰਾ ਦੇਵੇ ਜੀ। ਉਸ ਤੋਂ ਬਾਅਦ ਅਗਲੀ ਗੱਲ ਆਉਂਦੀ ਹੈ ਜੀ ਭੱਟੀ ਸਾਹਿਬ, ਇਨਵੈਸਟਮੈਂਟਸ ਦੀ, ਟੈਕਸ ਸੇਵਿੰਗ ਇਨਵੈਸਟਮੈਂਟਸ ਹਰ ਬੰਦਾ ਕਰਦਾ, ਥੋੜੀਆਂ ਜਾਂ ਬਹੁਤੀਆਂ। ਉਹਦੇ ਵਿੱਚ ਜਿੱਦਾਂ LIC ਹੈ, ਕੋਈ ਟਾਈਮ ਡਿਪੋਜ਼ਿਟਸ ਹੈ, ਕੋਈ NSC ਲੈਣੇ ਨੇ, ਕੋਈ ਹੋਰ ਕਿਸੇ ਤਰ੍ਹਾਂ ਦੀਆਂ ਇਨਵੈਸਟਮੈਂਟਸ ਕਰਨੀਆਂ ਨੇ ਜਿਹਦੇ ਨਾਲ ਟੈਕਸ ਸੇਵਿੰਗ ਹੁੰਦੀ, ਕੋਈ ਮੈਡੀਕਲ ਇੰਸ਼ੋਰੈਂਸ ਹੈ, ਉਹ ਜਿਹੜੀ ਹੈ ਇਨਵੈਸਟਮੈਂਟ ਕਰਨ ਦੀ ਲਾਸਟ ਡੇਟ ਵੀ 31 ਮਾਰਚ ਹੈ। ਕਈ ਬੰਦਿਆਂ ਨੂੰ ਇਹ ਭੁਲੇਖਾ ਲੱਗ ਸਕਦਾ ਹੈ ਕਿ ਪਿਛਲੇ ਸਾਲ ਜਿਹੜੀ ਡੇਟ ਕੋਵਿਡ ਕਰਕੇ ਉਹ ਐਕਸਟੈਂਡ ਹੋ ਗਈ ਸੀ, ਉਹ 30 ਜੂਨ ਤੱਕ ਐਕਸਟੈਂਡ ਹੋਈ, ਫਿਰ 31 ਜੁਲਾਈ ਤੱਕ ਵੀ ਐਕਸਟੈਂਡ ਹੋਈ, ਤੇ ਐਦਾਂ ਦਾ ਇਸ ਸਾਲ ਕੁਝ ਨਹੀਂ ਹੈ। ਤੇ ਉਹ ਇਨਵੈਸਟਮੈਂਟ ਕਰਨ ਦੀ ਲਾਸਟ ਡੇਟ ਜਿਹੜੀ ਹੈ ਉਹ 31 ਮਾਰਚ ਹੀ ਰਹੇਗੀ, ਤੇ ਉਹ ਹਰ ਬੰਦੇ ਨੇ, ਹਰ ਬਿਜ਼ਨਸਮੈਨ ਨੇ ਜਾਂ ਸੈਲਰੀਡ ਬੰਦੇ ਨੇ, ਉਹ ਜਿਹੜੀ ਵੀ ਇਨਵੈਸਟਮੈਂਟ ਆਪਣੀ ਇਨਕਮ ਨਾਲ ਰਿਲੇਟਡ ਕਰਨੀ ਹੈ ਉਹ ਵੀ 31 ਮਾਰਚ ਤੋਂ ਪਹਿਲਾਂ ਕਰਨੀ ਹੈ। ਅਰੋੜਾ ਸਾਹਿਬ, ਇੱਕ ਫੇਰ ਫੋਨ ਕਾਲ ਆ ਗਿਆ। ਹੈਲੋ ਭੱਟੀ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ ਹੋ? ਗੁਰਮੀਤ ਸਿੰਘ, ਹੰਸ ਅਰਜ਼ਕਾਰਿਆਂ ਭੋਗਪੁਰ ਤੋਂ ਜੀ। ਹਾਂਜੀ ਹੰਸ ਸਾਹਿਬ, ਆਪਣਾ ਸਵਾਲ ਪੁੱਛੋ ਜੀ। ਪਰ ਸਰ ਬੇਨਤੀ ਹੈਗੀ ਆ, ਮੈਂ ਗੱਲ 1994 ਹੀ ਕਰਨ ਲੱਗਾ ਜੀ। ਉਦੋਂ ਜਿਹੜਾ ਟੈਕਸ ਵਿਭਾਗ ਆ ਉਹ ਭੋਗਪੁਰ ਆਇਆ ਤਾਂ ਉਹਨਾਂ ਨੇ ਆ ਕੇ ਕੈਂਪ ਲਾਇਆ ਪਏ, ਤੁਸੀਂ ਟੈਕਸ ਅਦਾ ਕਰਿਆ ਕਰੋ, ਸਾਰੇ ਰੇਹੜੀ ਵਾਲੇ ਵੀ, ਸਾਰੇ ਵੀ, ਦੁਕਾਨਦਾਰ ਵੀ। ਜੀ ਜੀ। ਸਥਿਤੀ ਇਦਾਂ ਦੀ ਸੀ ਭਈ ਅੱਧਿਓਂ ਵੱਧ ਭੋਗਪੁਰ ਜਿਹੜਾ ਆ ਉਹ ਦੁਕਾਨਾਂ ਬੰਦ ਕਰਕੇ ਦੌੜ ਗਿਆ ਜੀ। ਇੱਧਰ ਹਾਲਾਤ ਸੀ ਜੀ। ਬਹੁਤ ਸਾਰੇ ਲੋਕ ਜਿਹੜੇ ਸੂਝਵਾਨ ਸੀ ਉਹਨਾਂ ਨੇ ਫਿਰ ਟੈਕਸ ਭਰਨਾ ਸ਼ੁਰੂ ਕੀਤਾ। ਉਦੋਂ 1400 ਲੰਮਸਮ ਸੀਗਾ ਜੀ ਜੀ। ਪਰ ਜਿਹੜਾ ਹਰ ਵਿਅਕਤੀ ਦਾ ਫਰਜ਼ ਆ ਜਿਹੜਾ ਭਾਰਤ ਵਰਸ਼ ਹੈ ਨਾ ਜੀ ਜੀ ਭੱਟੀ ਸਾਹਿਬ, ਇਹ ਗੁਰਦੁਆਰਾ ਇੱਕ ਮੰਦਿਰ ਹੈ ਜੀ ਜੀ। ਜੇ ਕੋਈ ਬੰਦਾ ਗੁਰਦੁਆਰਾ ਮੰਦਿਰ ਜਾਂਦਾ ਉਹ 10 ਰੁਪਏ, 20 ਰੁਪਏ, 50 ਰੁਪਏ, 100 ਰੁਪਏ ਰੱਖ ਕੇ ਮੱਥਾ ਟੇਕਦਾ ਜੀ ਜੀ। ਹਰ ਬੰਦੇ ਦਾ ਫਰਜ਼ ਹੈਗਾ ਦੇਸ਼ ਦੀ ਤਰੱਕੀ ਵਾਸਤੇ ਟੈਕਸ ਅਦਾ ਕਰਨਾ ਬਹੁਤ ਜ਼ਰੂਰੀ ਹੈ ਜੀ ਜੀ ਜੀ। ਪਰ ਮੈਂ ਪੁੱਛਿਆ ਕਮਿਸ਼ਨਰ ਸਾਹਿਬ ਨੂੰ ਵੀ ਜਿਹੜੇ ਲੋਕ ਹੈਗੇ ਆ ਇਹ ਡਰਦੇ ਕਿਉਂ ਆ? ਤੁਹਾਤੋਂ ਡਰਦੇ ਆ ਤੇ ਤੁਹਾਡੇ ਭੱਜਣ ਦੀ ਕੋਸ਼ਿਸ਼ ਕਰਦੇ ਆ ਜੀ। ਦੂਜਾ ਇਹ ਹੈਗਾ ਵੀ ਜਿਹੜੀ ਹੁਣ 31 ਮਾਰਚ ਆ ਰਹੀ ਆ ਜੀ, ਇਹ ਰਿਟਰਨ ਹੁਣ ਭਰਨੀ ਆ, ਇਹਦੇ ਵਿੱਚ ਸਾਨੂੰ ਕਿਹਦਾ ਕਰਦਾ ਧਿਆਨ ਰੱਖਣਾ ਚਾਹੀਦਾ ਤੇ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ? ਤੁਸੀਂ ਕੀ ਕੋਆਪਰੇਸ਼ਨ ਦਿਓਗੇ? ਧੰਨਵਾਦ, ਮਿਹਰਬਾਨੀ। ਬਹੁਤ ਬਹੁਤ ਧੰਨਵਾਦ ਜੀ। ਬਾਲੀ ਸਾਹਿਬ, ਅਸੀਂ ਸਵਾਲ ਡਿਸਕਸ ਕਰ ਚੁੱਕੇ ਹਾਂ, ਪਰ ਫਿਰ ਵੀ ਇੱਕ ਵਾਰੀ ਹੰਸ ਸਾਹਿਬ ਨੂੰ ਤੁਸੀਂ ਜਵਾਬ ਦੇ ਦਿਓ ਕਿਉਂ ਨਹੀਂ ਲੋਕਾਂ ਨੂੰ ਡਰਨਾ ਚਾਹੀਦਾ। ਹੰਸ ਜੀ, ਮੈਂ ਤੁਹਾਡੀ ਗੱਲ ਨਾਲ ਸਹਿਮਤੀ ਵੀ ਰੱਖਦਾ। ਤੁਸੀਂ 1993 ਦੀ ਗੱਲ ਕਰ ਰਹੇ ਹੋ, ਅਸੀਂ 2021 'ਚ ਆ ਗਏ ਹਾਂ। ਡਿਪਾਰਟਮੈਂਟ ਦਾ ਉਹ ਚਿਹਰਾ ਨਹੀਂ ਰਿਹਾ ਹੈਗਾ। ਮੈਂ ਬਿਲਕੁਲ ਇਹਨੂੰ ਸਪਸ਼ਟ ਲਫ਼ਜ਼ਾਂ 'ਚ ਕਹਿਣਾ ਚਾਹੁੰਦਾ। ਇਸ ਚੀਜ਼ ਤੋਂ ਅਸੀਂ ਸੋਚ ਤੋਂ ਬਿਲਕੁਲ ਹਟੀਏ। ਟਾਈਮ ਬਦਲਦੇ ਨੇ, ਚੀਜ਼ਾਂ ਇੰਪਰੂਵ ਹੁੰਦੀਆਂ ਹੈਗੀਆਂ। ਅਸੀਂ ਅੱਜ ਉਸ ਤੋਂ 28 ਸਾਲ ਅੱਗੇ ਆ ਚੁੱਕੇ ਹੈਗੇ 93 ਤੋਂ। ਤੋ ਡਿਪਾਰਟਮੈਂਟ ਦਾ ਇਹ ਚਿਹਰਾ ਨਹੀਂ ਹੈਗਾ। ਡਿਪਾਰਟਮੈਂਟ ਅੱਜ ਦੀ ਡੇਟ ਵਿੱਚ ਇੱਕ ਬਹੁਤ ਹੀ ਫੇਵਰਿੰਗ ਦੀ ਕਰਦਾਤਾ ਹੈ। ਅਸੀਂ ਤਾਂ ਹੈਲਪਿੰਗ ਹੈਂਡ ਬਣੇ ਹੋਏ ਹਾਂ ਤੁਹਾਡਾ। ਸਾਡੇ ਹਰ ਇੱਕ ਆਫਿਸ ਦੇ ਵਿੱਚ ਮੈਂ ਦੱਸਣਾ ਚਾਹੂੰਗਾ, ਇੱਕ ਆਇਕਰ ਸੇਵਾ ਕੇਂਦਰ ਕਰਕੇ ਅਲੱਗ ਇੱਕ ਆਫਿਸ ਦਾ ਇੱਕ ਹਿੱਸਾ ਹੈ ਜਿਹਨੂੰ ਆਇਕਰ ਸੇਵਾ ਕੇਂਦਰ ਕਹਿੰਦੇ ਆ, ਜਿੱਥੇ ਕੋਈ ਵੀ ਬੰਦਾ ਵਾਕ ਇਨ ਕਰ ਸਕਦਾ ਹੈ ਆਪਣੇ ਪ੍ਰੋਬਲਮ ਨੂੰ ਲੈ ਕੇ, ਵੀ ਉਹ ਪ੍ਰੋਬਲਮ ਰਿਟਰਨ ਫਾਈਲਿੰਗ ਨਾਲ ਹੈ, ਉਹਦੇ ਰਿਫੰਡ ਨਾਲ ਹੈ, ਉਹਨੂੰ ਕੋਈ ਵੀ ਇਸ਼ੂ ਹੈਗਾ। ਤੋ ਇੰਨਾ ਅਸੀਂ ਈਜ਼ ਆਊਟ ਕਰ ਦਿੱਤਾ ਚੀਜ਼ਾਂ ਨੂੰ। ਚੀਜ਼ਾਂ ਕਿਸੇ ਟਾਈਮ ਤੇ ਹੋ ਸਕਦਾ ਜੋ ਤੁਸੀਂ ਕਹਿ ਰਹੇ ਹੋ, ਬਿਲਕੁਲ ਭੋਗਪੁਰ ਵਾਲਾ ਇਨਸੀਡੈਂਟ ਦੱਸ ਰਹੇ ਹੋ, ਇੱਦਾਂ ਹੋਇਆ ਵੀ ਹੋਵੇ, ਲੇਕਿਨ ਚੀਜ਼ਾਂ ਪੋਜ਼ਿਟਿਵ ਵੇ ਨਾਲ ਹੀ ਬਦਲੀਆਂ ਹੈਗੀਆਂ ਤੇ ਬਹੁਤ ਅੱਛੀਆਂ ਹੋ ਗਈਆਂ। ਤੋ ਡਰ ਵਾਲਾ ਤਾਂ ਕੋਈ ਗੱਲ ਹੀ ਨਹੀਂ ਹੈ। ਡਿਪਾਰਟਮੈਂਟ ਬਹੁਤ ਫਰੈਂਡਲੀ ਡਿਪਾਰਟਮੈਂਟ ਹੈ। ਅਸੀਂ ਤਾਂ ਵੀ ਲੁੱਕ ਫਾਰਵਰਡ ਟੂ, ਮੇਰੇ ਤਾਂ ਆਫਿਸ ਦੇ ਵਿੱਚ ਮੇਰਾ ਜਿਹੜਾ ਆਪਣਾ ਰੂਮ ਹੈ ਵਾਕ ਇਨ ਚੈਂਬਰ ਹੈ। ਐਨੀਬੋਡੀ ਕੈਨ ਵਾਕ ਇਨ ਵਿਦ ਐਨੀ ਇਸ਼ੂ ਕਿ ਸਾਨੂੰ ਇਹ ਪ੍ਰੋਬਲਮ ਹੈਗੀ ਹੈ, ਤੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਅਸੀਂ ਉਹਨੂੰ ਟਾਈਮ ਦੇ ਨਾਲ ਰਿਜ਼ੋਲਵ ਕਰੀਏ। ਤੁਸੀਂ ਦੇਖੋ ਵੀ ਭਾਰਤ ਸਰਕਾਰ ਅੱਜ ਦੀ ਡੇਟ ਵਿੱਚ ਕਿਸੇ ਵੀ ਬੰਦੇ ਦੀ ਜਿਹਨੂੰ ਇੰਗਲਿਸ਼ 'ਚ ਗ੍ਰੀਵੈਂਸ ਕਹਿੰਦੇ ਆ, ਜਿਹਨੂੰ ਕੋਈ ਪ੍ਰੋਬਲਮ ਹੈ, ਡਿਪਾਰਟਮੈਂਟ ਦਾ ਸਮੱਸਿਆ ਹੈਗੀ ਹੈ, ਉਹਦਾ ਈ ਪੋਰਟਲ ਚਲਾਇਆ ਹੋਇਆ। ਈ ਪੋਰਟਲ
PM ਆਫਿਸ ਤੋਂ ਵੀ ਮੋਨੀਟਰ ਹੁੰਦਾ ਹੈਗਾ। ਸਾਡਾ ਆਪਣਾ ਡਿਪਾਰਟਮੈਂਟ ਦਾ ਇੰਟਰਨਲ ਇੱਕ ਸਮੱਸਿਆ ਨੂੰ ਹੱਲ ਕਰਨ ਲਈ ਪੋਰਟਲ ਹੈਗਾ। ਤੁਸੀਂ ਜੇ ਉਹਦੇ 'ਤੇ ਕੋਈ ਵੀ ਚੀਜ਼ ਰਿਲੇਟਡ ਟੂ ਡਿਪਾਰਟਮੈਂਟ ਪਾ ਦਿੰਦੇ ਹੋ ਵੀ ਮੇਰਾ ਰਿਫੰਡ ਨਹੀਂ ਆ ਰਿਹਾ, ਮੇਰੀ ਜਾਂ ਰਿਟਰਨ ਦਾ ਪ੍ਰੋਸੈਸਿੰਗ ਨਹੀਂ ਹੋਈ, ਕੁਛ ਵੀ ਜੀ, ਸਾਨੂੰ ਇੱਕ ਸਪੈਸੀਫਾਈਡ ਡੇਟ ਦੇ ਵਿੱਚ, ਦਿਨਾਂ ਦੇ ਵਿੱਚ, ਹਫਤਾ, 10 ਦਿਨ, 15 ਦਿਨ, ਮਹੀਨਾ ਰਿਜ਼ੋਲਵ ਕਰਕੇ ਉਹਦੇ 'ਤੇ ਰਿਪੋਰਟ ਕਰਨਾ ਪੈਂਦਾ ਜੀ। ਤਾਂ ਐਸਾ ਨਹੀਂ ਹੈ ਕਿ ਚੀਜ਼ਾਂ ਸੁਣੀਆਂ ਨਹੀਂ ਜਾ ਰਹੀਆਂ ਜਾਂ ਡਿਪਾਰਟਮੈਂਟ ਦਾ ਡਰ ਹੈ। ਡਿਪਾਰਟਮੈਂਟ ਬਹੁਤ ਟੈਕਸ ਪੇਅਰ ਫਰੈਂਡਲੀ ਹੋ ਚੁੱਕਾ ਹੈਗਾ। ਅਸੀਂ ਇਸ ਚੀਜ਼ ਤੋਂ ਬਿਲਕੁਲ, ਤੁਸੀਂ ਬਹੁਤ ਸੀਨੀਅਰ ਅਫਸਰ ਹੈਗੇ ਹੋ, ਤੁਸੀਂ ਕਮਿਸ਼ਨਰ ਤਕਰੀਬਨ ਬਣਨ ਵਾਲੇ ਹੋ, ਤੇ ਜਿਹੜੇ ਤੁਹਾਡੇ ਥੱਲੇ ਦੇ ਸਟਾਫ ਹੈ, ਜਿਹੜੇ ਥੱਲੇ ਦੇ ਆਫਿਸਰਸ ਨੇ ਜੀ, ਉਹ ਵੀ ਤੁਹਾਡੇ ਵਾਂਗੂ ਹੀ ਸੋਚਦੇ ਆ ਕਿ ਜਿਹੜਾ ਮਰਜ਼ੀ ਤੁਹਾਨੂੰ ਆ ਕੇ ਦੇਖੋ ਸੋਚ ਵਿੱਚ ਇਨਸਾਨ ਤੋਂ ਇਨਸਾਨ ਫਰਕ ਹੋ ਸਕਦਾ ਹੈਗਾ, ਲੇਕਿਨ ਜਿਹੜਾ ਐਟੀਟਿਊਡ ਹੈ ਉਹ ਯੂਜੂਅਲੀ ਟੌਪ ਤੋਂ ਫਲੋ ਕਰਦਾ ਹੈ। ਮੈਂ ਇਸ ਚੀਜ਼ ਨੂੰ ਮੰਨਦਾ ਕਿ ਜੇ ਮੇਰਾ ਬਿਹੇਵੀਅਰ ਜਿੱਦਾਂ ਦਾ ਹੋਏਗਾ ਤਾਂ ਸ਼ਾਇਦ ਮੇਰੇ ਬਿਹੇਵੀਅਰ ਨਾਲ ਜਿਹੜਾ ਮੇਰੇ ਨੀਚੇ ਸਟਾਫ ਹੈ ਉਹਦਾ ਅੱਧਾ 50% 40% ਕੁਛ ਤਾਂ ਲੈਣਗੇ। ਤੇ ਜਦੋਂ ਉਹਨਾਂ ਨੂੰ ਪਤਾ ਹੋਏਗਾ ਕਿ ਜਿਹੜਾ ਸਭ ਤੋਂ ਸੀਨੀਅਰ ਅਫਸਰ ਹੈ ਉਹ ਚੀਜ਼ਾਂ ਨੂੰ ਇਦਾਂ ਹੈਂਡਲ ਕਰ ਰਿਹਾ ਹੈ, ਨੀਚੇ ਵਾਲੇ ਜਿਹੜੇ ਨੇ ਉਹ ਵੀ ਫਿਰ ਪੋਜ਼ਿਟਿਵ ਫਲੋ 'ਚ ਹੀ ਚੱਲਦੇ ਨੇ। ਮੈਂ ਇਸ ਚੀਜ਼ ਨੂੰ ਮੰਨਦਾ ਜੀ। ਅਰੋੜਾ ਸਾਹਿਬ, ਬਾਲੀ ਸਾਹਿਬ ਨੇ ਬਹੁਤ ਖੂਬਸੂਰਤ ਗੱਲਾਂ ਆਪਣੇ ਮਹਿਕਮੇ ਬਾਰੇ ਕਹੀਆਂ ਕਿ ਬਹੁਤ ਹੀ ਸਾਰਾ ਕੁਝ ਆਸਾਨ ਕੀਤਾ ਗਿਆ, ਫਿਰ ਵੀ ਤੁਹਾਨੂੰ ਲੱਗਦਾ ਕਿ ਸਾਡੇ ਜਿਹੜੇ ਕਰਦਾਤਾ ਨੇ, ਤੁਹਾਡੇ ਕਲਾਇੰਟਸ ਨੇ, ਉਹਨਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ? ਦੇਖੋ, ਜਿੱਦਾਂ ਬਾਲੀ ਸਾਹਿਬ ਨੇ ਕਿਹਾ, ਬੜੀ ਅੱਛੀ ਗੱਲ ਕਹੀ ਹੈ ਕਿ ਪਿਛਲੇ 13-14 ਸਾਲਾਂ 'ਚ ਟੋਟਲ ਡਿਜੀਟਲਾਈਜੇਸ਼ਨ 'ਚ ਚਲਾ ਗਿਆ ਇਨਕਮ ਟੈਕਸ ਡਿਪਾਰਟਮੈਂਟ। ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਮੈਂ ਇਸ ਗੱਲ ਨੂੰ ਪੂਰੀ ਤਰ੍ਹਾਂ ਇਹਦੇ ਨਾਲ ਹਾਂ ਇਸ ਗੱਲ ਦੇ। ਔਰ ਇਸ ਚੀਜ਼ ਨੇ ਕਿੰਨਾ ਕੁ ਡਿਪਾਰਟਮੈਂਟ ਦਾ ਫੇਸ ਅੱਛਾ ਕੀਤਾ ਹੈ ਔਰ ਕਿੰਨੀਆਂ ਕੁ ਸਹੂਲਤਾਂ ਸਾਨੂੰ ਐਜ਼ ਟੈਕਸ ਪੇਅਰ ਜਾਂ ਐਜ਼ ਕਾਉਂਸਲ ਦਿੱਤੀਆਂ ਨੇ, ਮਤਲਬ ਉਹ ਗਿਣਨ ਤੋਂ ਬਾਹਰ ਨੇ ਜੀ। ਤੇ ਹਰ ਚੀਜ਼ ਆਸਾਨ ਹੋਈ ਹੈ। ਕੁਦਰਤੀ ਜਿਹੜਾ ਕੰਮ ਤੁਹਾਡਾ ਦਫ਼ਤਰ ਦੇ ਚੱਕਰ ਲਗਾ ਕੇ ਹੁੰਦਾ ਸੀ, ਜਿਹੜਾ ਬਾਰ-ਬਾਰ ਜਾਣਾ ਪੈਂਦਾ ਸੀ, ਕਾਗਜ਼ੀ ਕਾਰਵਾਈ ਕਰਨੀ ਪੈਂਦੀ ਸੀ, ਉਹ ਸਾਰੀ ਆਪਣੀ ਟੇਬਲ ਦੀ ਕਨਵੀਨੀਅੰਸ ਤੋਂ ਹੋ ਰਹੀ ਹੈ ਜੀ। ਹਰ ਚੀਜ਼ ਤੁਹਾਡੀ, ਮਤਲਬ ਕਈ ਚੀਜ਼ਾਂ ਨੇ ਐਸੀਆਂ ਜਿਨ੍ਹਾਂ ਦੀ ਤੁਸੀਂ ਬਚਤ ਕਰ ਰਹੇ ਹੋ ਜੀ, ਤੇ ਬੜਾ ਫਰਕ ਪੈ ਗਿਆ। ਲੇਕਿਨ ਸਟਿਲ ਦੇਖੋ, ਹਰ ਚੀਜ਼, ਜਦੋਂ ਕੋਈ ਚੀਜ਼ ਬਦਲਦੀ ਹੈ ਤੇ ਉਹਦੇ ਥੋੜੇ ਬਹੁਤੇ ਸਾਈਡ ਇਫੈਕਟਸ ਕਦੀ ਨਾ ਕਦੀ ਸਾਹਮਣੇ ਆਉਂਦੇ ਨੇ। ਜਿੱਦਾਂ ਹੁਣ ਆਟੋਮੇਸ਼ਨ ਹੋਈ ਹੈ, ਹਰ ਚੀਜ਼ ਆਲਮੋਸਟ ਆਨਲਾਈਨ ਹੋ ਗਈ ਹੈ, ਤੇ ਕਿਤੇ ਨਾ ਕਿਤੇ ਹੁਣ ਜਿੱਦਾਂ ਰੀਸੈਂਟਲੀ ਅਸੀਂ ਲਈਏ, ਕੋਵਿਡ ਤੋਂ ਬਾਅਦ ਰਿਟਰਨਾਂ ਸ਼ੁਰੂ ਹੋਈਆਂ, ਜੁਲਾਈ 'ਚ ਰਿਟਰਨਾਂ ਭਰਨੀਆਂ ਸ਼ੁਰੂ ਕੀਤੀਆਂ ਲੋਕਾਂ ਨੇ, ਤੇ ਉਹਨਾਂ ਦੀ ਰਿਟਰਨਾਂ ਦੀ ਪ੍ਰੋਸੈਸਿੰਗ, ਜਿਹੜੀ ਗੱਲ ਹੁਣੇ ਡਾਕਟਰ ਬਾਲੀ ਨੇ ਕਹੀ ਹੈ ਕਿ ਕਈਆਂ ਦਾ 7 ਦਿਨਾਂ ਦੇ ਵਿੱਚ ਹੀ ਰਿਫੰਡ ਆ ਗਿਆ। ਮੈਂ ਇਸ ਤੋਂ ਵੀ ਅੱਗੇ ਕਹਾਂਗਾ ਕਿ ਮੇਰੇ ਕਈ ਕਲਾਇੰਟਸ ਦਾ 3 ਦਿਨ ਦੇ ਵਿੱਚ ਰਿਫੰਡ ਆ ਗਿਆ ਜੀ। ਬਟ ਐਟ ਦਾ ਸੇਮ ਟਾਈਮ ਇੱਕ ਨਾ ਸਿਸਟਮ, ਜਿਹੜਾ ਸੈਂਟਰਲ ਪ੍ਰੋਸੈਸਿੰਗ ਸੈਂਟਰ ਬੈਂਗਲੁਰੂ ਹੈ, ਉਹਦੇ ਵਿੱਚ ਇੱਕ ਸਿਸਟਮ ਇੱਦਾਂ ਦਾ ਪਤਾ ਨਹੀਂ ਕਿਉਂ ਨਹੀਂ ਬਣ ਪਾਇਆ। ਕੋਸ਼ਿਸ਼ ਵੀ ਕੀਤੀ ਤਾਲਮੇਲ ਉਹਨਾਂ ਨਾਲ ਕਰਨ ਦੀ, ਪਰ ਕੋਈ ਬਹੁਤ ਵਧੀਆ ਰਿਸਪੌਂਸ ਜਾਂ ਕੋਈ ਡਿਟੇਲਡ ਇਨਫੋਰਮੇਸ਼ਨ, ਟਰਾਂਸਪੇਰੈਂਟ ਇਨਫੋਰਮੇਸ਼ਨ ਨਹੀਂ ਮਿਲ ਪਾਈ ਕਿ ਉਹਨਾਂ ਦੇ ਬੈਚਿਸ ਬਣਾਉਣ ਦਾ ਸਿਸਟਮ ਕੀ। ਕਈ ਐਸੀਆਂ ਰਿਟਰਨਾਂ ਨੇ ਜਿਹੜੀਆਂ ਜੁਲਾਈ ਦੀਆਂ ਫਾਈਲ ਨੇ, ਅਜੇ ਤੱਕ ਪ੍ਰੋਸੈਸਿੰਗ ਪੈਂਡਿੰਗ ਹੈ, ਉਹਨਾਂ ਨੂੰ ਬਾਰ-ਬਾਰ ਫੋਲੋ ਅਪ ਕਰਨ ਤੇ ਵੀ ਸਟਿਲ ਪੈਂਡਿੰਗ ਨੇ। ਤੇ ਮੇਰਾ ਖਿਆਲ ਹੈ ਕਿ ਦਸੰਬਰ ਔਨਵਰਡ ਜਿਹੜੀਆਂ ਰਿਟਰਨਾਂ ਗਈਆਂ ਨੇ, ਮੈਕਸਿਮਮ ਟਾਈਮ ਪ੍ਰੋਸੈਸਿੰਗ 'ਚ ਕਿਸੇ ਨੂੰ ਲੱਗਾ ਤੇ 1 ਮਹੀਨਾ, ਨਹੀਂ ਤੇ ਦੂਜੇ ਤੀਜੇ ਦਿਨ ਈਵਨ ਇੱਕ ਰਿਟਰਨ ਤੇ ਅੱਜ ਜੋ ਕਲਿੱਕ ਹੋਈ ਹੈ ਨਾ, ਤੇ ਕੱਲ ਪ੍ਰੋਸੈਸਿੰਗ ਹੋ ਕੇ ਤੇ ਰਿਫੰਡ ਦਾ ਮੈਸੇਜ ਈਮੇਲ ਆ ਗਈ ਸੀ। ਸੋ ਇੰਨਾ ਫਾਸਟ ਸਿਸਟਮ, ਮਤਲਬ ਜਿਹੜਾ ਅਸੀਂ ਕਦੀ ਖਾਬ 'ਚ ਵੀ ਨਹੀਂ ਸੋਚਿਆ ਉਹ ਹੋ ਗਿਆ। ਤੇ ਉਹ ਪੋਸੀਬਲ ਸੀ ਤੇ ਤਾਂ ਹੋਇਆ ਨਾ। ਤੇ ਜੇ ਪੋਸੀਬਲ ਹੈ ਤੇ ਇਹ ਚੀਜ਼ਾਂ ਜਿਹੜੀਆਂ ਬਾਕੀ ਛੋਟੀਆਂ ਪ੍ਰੋਬਲਮਸ ਨੇ, ਕੋਈ ਦੂਜੀ ਗੱਲ ਜਿਹੜੀ ਆਉਂਦੀ ਹੈ ਕਿ ਹਿਊਮਨ ਇੰਟਰਫੇਸ ਜਦੋਂ ਖਤਮ ਹੁੰਦਾ ਹੈ ਤੇ ਤੁਸੀਂ ਆਪਣਾ ਐਕਸਪ੍ਰੈਸ ਕਰਨ ਦਾ, ਬਾਡੀ ਲੈਂਗੁਏਜ ਹੈ ਜਾਂ ਐਕਸਪ੍ਰੈਸ਼ਨਸ ਨੇ ਜਾਂ ਫੀਲਿੰਗਸ ਨੇ, ਉਹਨਾਂ ਤੇ ਥੋੜਾ ਜਿਹਾ ਰਿਸਟ੍ਰਿਕਟ ਹੋ ਜਾਂਦੇ ਹੋ ਜੀ। ਤੁਸੀਂ ਉਸ ਤਰੀਕੇ ਨਾਲ ਗੱਲ ਨੂੰ ਨਹੀਂ ਕਹਿ ਸਕਦੇ ਜਿਹੜਾ ਫੇਸ ਟੂ ਫੇਸ ਸਾਹਮਣੇ ਬੈਠ ਕੇ ਕਹਿ ਸਕਦੇ ਹੋ ਜੀ। ਤੁਸੀਂ ਹੋਰ ਤਰੀਕੇ ਨਾਲ ਆਪਣੇ ਆਪ ਨੂੰ ਐਕਸਪ੍ਰੈਸ ਕਰ ਸਕਦੇ ਹੋ, ਕਈ ਵਾਰੀ ਲਿਖ ਕੇ ਉਹ ਚੀਜ਼ਾਂ ਨਹੀਂ। ਫਿਰ ਦੂਜੀ ਗੱਲ ਹੈ ਕਿ ਲਿਖਣ ਵਾਲੇ ਦਾ ਤੇ ਪੜ੍ਹਨ ਵਾਲੇ ਦਾ ਮਾਈਂਡਸੈਟ ਮੇਲ ਖਾਂਦਾ ਕਿ ਨਹੀਂ ਖਾਂਦਾ। ਲਿਖਣ ਵਾਲਾ ਕਿਸ ਲਹਿਜੇ 'ਚ ਲਿਖਦਾ, ਪੜ੍ਹਨ ਵਾਲਾ ਕਿਸ ਲਹਿਜੇ 'ਚ ਪੜ੍ਹਦਾ, ਉਹ ਚੀਜ਼ਾਂ ਦੀ ਥੋੜੀ ਜਿਹੀ ਹੈ। ਬਟ ਟਾਈਮ ਨਾਲ ਉਹ ਚੀਜ਼ਾਂ ਵੀ ਹੌਲੀ ਸੌਰਟ ਆਊਟ ਹੋ ਜਾਣਗੀਆਂ ਜਾਂ ਹੈਬਚੁਅਲ ਹੋ ਜਾਣਗੇ ਉਹਨਾਂ ਚੀਜ਼ਾਂ ਦੇ ਕਿ ਥੀਸ ਆਰ ਗਿਵਨ ਥਿੰਗਸ। ਬਾਲੀ ਸਾਹਿਬ, ਅਰੋੜਾ ਜੀ ਨੇ ਕੋਈ ਬਹੁਤਾ ਡਿਟੇਲਸ ਨਹੀਂ ਦੱਸੀ ਹੈ ਕਿ ਕੀ ਪ੍ਰੋਬਲਮ ਹੈ, ਪਰ ਫਿਰ ਵੀ ਜਿਹੜੀ ਇਹਨਾਂ ਨੇ ਬੰਗਲੌਰ ਐਂਡ ਵਾਲੀ ਗੱਲ ਦੱਸੀ ਹੈ, ਉਹਦਾ ਕੋਈ ਹੱਲ ਤੁਸੀਂ ਦੱਸੋਗੇ? ਦੇਖੋ, ਜਿਹੜੀ ਪ੍ਰੋਸੈਸਿੰਗ ਹੈਗੀ ਹੈ, ਉਹ ਇੱਕ ਸਾਡਾ ਸੈਂਟਰਲ ਪ੍ਰੋਸੈਸਿੰਗ ਯੂਨਿਟ ਹੈਗਾ ਬੰਗਲੌਰ ਦੇ ਵਿੱਚ, ਉੱਥੇ ਹੁੰਦੀ ਹੈ ਜੀ। ਤੋ ਜਿੱਦਾਂ ਕਿ ਸੀਏ ਸਾਹਿਬ ਨੇ ਦੱਸਿਆ ਕਿ ਮੈਜੋਰਿਟੀ ਰਿਟਰਨਸ ਬਿਲਕੁਲ ਟਾਈਮ 'ਤੇ ਪ੍ਰੋਸੈਸ ਹੋ ਕੇ ਆ ਰਹੀਆਂ। ਕੁਝ ਰਿਟਰਨਾਂ ਦੇ ਵਿੱਚ ਕੁਝ ਇਸ਼ੂਜ਼ ਆ ਜਾਂਦੇ ਜਿਹਦੇ ਕਾਰਨ ਉਹਨਾਂ ਨੂੰ ਵਾਪਸ ਅਸੈਸਿੰਗ ਆਫਿਸਰ, ਮਤਲਬ ਜਿਹੜੇ ਅਫਸਰ ਕੋਲ ਏਰੀਆ ਉਸ ਟੈਕਸ ਪੇਅਰ ਦਾ ਪੈਂਦਾ, ਉਹਨੂੰ ਵਾਪਸ ਸਿਸਟਮ 'ਤੇ ਭੇਜ ਦਿੱਤੀ ਜਾਂਦੀ ਹੈ ਕੋਈ ਚੀਜ਼ ਚੈੱਕ ਕਰਨ ਲਈ
ਕੁਝ ਵੈਰੀਫਾਈ ਕਰਨ ਲਈ, ਉਹਦੇ ਕਰਕੇ ਲੇਟ ਹੋ ਜਾਂਦਾ, ਉਹਦੇ ਕਾਰਨ ਕਈ ਵਾਰੀ ਟਾਈਮ ਲੱਗ ਜਾਂਦਾ। ਕਈ ਵਾਰੀ ਐਸੀਆਂ ਟੈਕਨੀਕਲਿਟੀਜ਼ ਆਉਂਦੀਆਂ, ਮੈਂ ਫੋਰ ਐਗਜ਼ਾਮਪਲ ਤੁਹਾਨੂੰ ਦੱਸਦਾ ਵੀ ਕਿਸੇ ਟੈਕਸ ਪੇਅਰ ਦੀ ਡੈਥ ਹੋ ਗਈ ਹੈ ਜੀ, ਉਹਦਾ ਰਿਫੰਡ ਪੈਂਡਿੰਗ ਹੈ, ਉਹ ਫਿਰ ਉਹ CPC ਜਿਹੜਾ ਵਾਪਸ ਉਹ ਜਲੰਧਰ ਦਾ ਕੋਈ ਕੇਸ ਹੈ ਤਾਂ ਜਲੰਧਰ ਭੇਜ ਦੇਗਾ ਵੀ ਤੁਸੀਂ ਵੈਰੀਫਾਈ ਕਰਕੇ ਪੂਰੀ ਡਿਟੇਲ ਚਾਹੀਦੀ ਹੈ, ਰਿਫੰਡ ਡੈਥ ਸਰਟੀਫਿਕੇਟ ਚਾਹੀਦਾ ਹੈ, ਰਿਫੰਡ ਕਿਹਨੂੰ ਜਾਏਗਾ, ਅਸੀਂ ਫਿਰ ਸਾਨੂੰ ਵੈਰੀਫਾਈ ਕਰਨਾ ਪਏਗਾ ਵੀ ਲੀਗਲ ਹੇਅਰ ਕੌਣ ਨੇ। ਉਸ ਇਹਨਾਂ ਪ੍ਰੋਸੈਸਿਸ ਦੇ ਵਿੱਚ ਕਈ ਵਾਰੀ ਸਾਨੂੰ ਟਾਈਮ ਲੱਗਦਾ, ਬਿਕੋਜ਼ ਸਾਨੂੰ ਫਿਰ ਫੀਲਡ ਵੈਰੀਫਿਕੇਸ਼ਨ ਕਰਨੀ ਪੈਂਦੀ ਹੈ। ਦੇਰੀ ਤੁਹਾਡੇ ਲੈਵਲ ਤੇ ਨਹੀਂ ਹੁੰਦੀ, ਉਹ ਤਾਂ ਸਰਕਾਰੀ ਲੈਵਲ ਤੇ ਹੋਵੇਗੀ, ਉਹਨਾਂ ਦਾ ਲੀਗਲ ਹੇਅਰ ਪਤਾ ਲੱਗ ਜਾਏਗਾ। ਲੇਕਿਨ ਮੈਂ ਫਿਰ ਵੀ ਉਹ ਐਡ ਕਰੂੰਗਾ ਕਿ ਜੇ ਕੁਝ ਇਦਾਂ ਦੇ ਕੇਸਿਸ ਹੈ ਕਿ ਜਿਹੜੇ ਇਹਨਾਂ ਰੀਜ਼ਨਸ ਤੋਂ ਬਜਾਏ ਵੀ ਰੁਕੇ ਹੋਏ ਨੇ, ਤਾਂ ਜੇ ਸਾਨੂੰ ਕੋਈ ਲਿਸਟ ਮਿਲ ਜਾਏ ਅਸੀਂ ਆਪਣੇ ਲੈਵਲ ਤੇ CPC ਨੂੰ ਫਾਰਵਰਡ ਕਰ ਦਿਆਂਗੇ, ਸਾਨੂੰ ਕੋਈ ਦਿੱਕਤ ਨਹੀਂ ਹੈ। CPC ਨਾਲ ਸਾਡੀ ਰੈਗੂਲਰ ਇੰਟਰੈਕਸ਼ਨ ਹੁੰਦੀ ਰਹਿੰਦੀ ਹੈ। ਇੱਕ ਫਿਰ ਫੋਨ ਕਾਲ ਆਈ ਹੈ। ਹੈਲੋ 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 ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਹਾਂ, ਗੁਰਮੇਲ ਸਿੰਘ ਬੋਲ ਰਿਹਾ ਸਰ। ਜੀ ਸਰ। ਹਾਂਜੀ, ਇਨਕਮ ਟੈਕਸ ਰਿਗਾਰਡਿੰਗ ਗੱਲ ਕਰਨੀ ਸੀ। ਜੀ ਬੋਲੋ ਜੀ। ਹਾਂ, ਕਿਉਂਕਿ ਗੁੱਡ ਈਵਨਿੰਗ ਐਵਰੀਬਾਡੀ। ਜੀ ਗੁੱਡ ਈਵਨਿੰਗ। ਹਾਂ, ਗੁਰਮੇਲ ਸਿੰਘ ਬੋਲ ਰਿਹਾ ਰਾਏਕੋਟ ਤੋਂ। ਜੀ ਸਰ। ਹਾਂ ਸਰ, ਇੱਦਾਂ ਵਾ ਨਾ, ਜੋ ਪਹਿਲੇ ਇਨਕਮ ਟੈक्स की रिटर्न फाइलिंग ਜਾਂ कोई और उसकी रिफंड का इशू होता था ना, बहुत लेंथी होता था जी, काफी पीरियड लग ਜਾਂਦਾ ਸੀਗਾ। ਤੇ ਹੁਣ ਮਤਲਬ ਰਿਟਰਨਿੰਗ ਜਾਂ ਕੁਝ ਹੋਰ ਆਨਲਾਈਨ ਹੋਣ ਕਰਕੇ ਨਾ ਬਹੁਤ ਈਜ਼ੀ ਹੋ ਗਿਆ ਹੈਗਾ ਜੀ। ਤੇ ਹੁਣ ਮੇਰੀ ਮਤਲਬ ਐਜ ਏ ਕਸਟਮਰ ਹੀ ਕਹਿ ਰਹੂੰਗਾ ਨਾ ਕਿ ਸਾਰਿਆਂ ਨੂੰ ਇੱਕ ਬੇਨਤੀ ਹੈ ਕਿ ਸਾਰੇ ਬੰਦੇ ਇੱਕ ਆਪਣੀ ਰਿਟਰਨ ਜਾਂ ਇਨਕਮ ਟੈਕਸ ਜੋ ਵੀ ਕਿਸੇ ਦਾ ਬੰਦਾ ਹੈਗਾ ਹੈ ਉਹ ਡਿਡਕਟ ਕਰਾਉਣ, ਚਾਹੇ ਉਹ ਸੈਲਰੀ ਪਰਸਨ ਹੈ ਚਾਹੇ ਕੋਈ ਬਿਜ਼ਨਸਮੈਨ ਹੈਗਾ ਜੀ, ਤਾਂ ਕਿ ਸਾਡੇ ਦੇਸ਼ ਦੇ ਤੇ ਲੋਕਾਂ ਦੇ ਕੰਮ ਆ ਸਕੇ ਜੀ। ਹਾਂਜੀ, ਇਹਨਾਂ ਦਾ ਧੰਨਵਾਦ ਹੀ ਕਰਨਾ ਬਣਦਾ। ਮੈਂ ਨਾਮ ਨਹੀਂ ਉਹਨਾਂ ਦਾ, ਗੁਰਮੇਲ ਸਿੰਘ ਜੀ। ਗੁਰਮੇਲ ਸਿੰਘ। ਗੁਰਮੇਲ ਜੀ, ਮੈਂ ਬਹੁਤ ਹੱਥ ਜੋੜ ਕੇ ਸ਼ੁਕਰੀਆ ਹੈ ਤੁਹਾਡਾ, ਕਿਉਂਕਿ ਸਾਨੂੰ ਪੋਜ਼ਿਟਿਵ ਗੱਲਾਂ ਸੁਣਨ ਨੂੰ ਘੱਟ ਮਿਲਦੀਆਂ ਹੈਗੀਆਂ। ਜੀ। ਸਾਡੇ ਲਈ ਕ੍ਰਿਟਿਸਿਜ਼ਮ ਜ਼ਿਆਦਾ ਹੁੰਦਾ ਹੈ, ਲੇਕਿਨ ਮੈਂ ਤੁਹਾਡੀ ਗੱਲ ਨੂੰ ਐਡ ਕਰੂੰਗਾ ਵਿੱਚ ਕਿ ਅਸੀਂ ਅੱਜ ਦੀ ਡੇਟ 'ਚ 130 ਕਰੋੜ ਦੀ ਆਬਾਦੀ ਦਾ ਦੇਸ਼ ਹੈਗੇ ਹਾਂ ਜੀ। ਤੋ ਸ਼ਾਇਦ ਸਾਡੇ ਦੇਸ਼ ਵਿੱਚ ਰਿਟਰਨਾਂ 5 ਜਾਂ 6 ਕਰੋੜ ਫਾਈਲ ਹੁੰਦੀਆਂ ਜੀ। ਤੋ ਇਹ ਫਿਗਰ ਜਿਹੜੀ ਹੈ ਕੋਈ ਬਹੁਤ ਵੱਡੀ ਨਹੀਂ ਹੈ। ਅਸੀਂ ਸਿਰਫ 4 ਜਾਂ 5% ਲੋਕ ਹੀ ਰਿਟਰਨ ਫਾਈਲ ਕਰ ਰਹੇ ਹੈਗੇ ਹਾਂ, ਤੇ ਇਹ ਰਿਟਰਨ ਫਾਈਲ ਕਰ ਰਹੇ ਹਾਂ। ਟੈਕਸ ਕਿੰਨਾ ਦੇ ਰਹੇ ਹਾਂ ਉਹ ਹੋਰ ਘੱਟ ਹੋਏਗਾ, ਬਿਕੋਜ਼ ਕਈ ਰਿਟਰਨਾਂ 4-5 ਲੱਖ ਦੀ ਰੇਂਜ ਵਿੱਚ ਜਿਹੜੀਆਂ ਮੈਜੋਰਿਟੀ ਰਿਟਰਨਾਂ ਫਾਈਲ ਹੁੰਦੀਆਂ ਉਹਨਾਂ 'ਚ 1000, 2000, 3000 ਦਾ ਟੈਕਸ ਹੁੰਦਾ ਜਾਂ ਨਿਲ ਦੀਆਂ ਹੁੰਦੀਆਂ ਹੈਗੀਆਂ। ਤੋ ਅਸੀਂ 5% ਰਿਟਰਨ ਫਾਈਲ ਕਰਕੇ ਕੋਈ ਬਹੁਤ ਅੱਛਾ ਇੱਕ ਅਸੀਂ ਡਾਟਾ ਨਹੀਂ ਹੈਗਾ ਹੈ। ਮੇਰੀ ਸਾਰਿਆਂ ਨੂੰ ਦਰਖਾਸਤ ਹੈ ਕਿ ਜੋ ਵੀ ਬਣਦਾ ਸਾਡਾ ਕਰ ਰਿਹਾ ਅਸੀਂ ਆਪਣੀ ਰਿਟਰਨ ਲੈ ਕੇ ਆਈਏ। ਅਰੋੜਾ ਸਾਹਿਬ, ਕੇਂਦਰ ਸਰਕਾਰ ਦਾ ਨਵਾਂ ਬਜਟ ਜਿਹੜਾ ਪੇਸ਼ ਹੋਇਆ ਫਰਵਰੀ 'ਚ ਪੇਸ਼ ਹੋਇਆ, ਉਹ 'ਤੇ ਹੁਣ ਬਹਿਸ ਹੋਣੀ ਹੈ, ਉਹ ਬਜਟ ਪਾਸ ਹੋਣਾ, ਉਹਦੀਆਂ ਕਿਹੜੀਆਂ ਖਾਸ ਵਿਸ਼ੇਸ਼ਤਾਵਾਂ ਜਿਹੜੀਆਂ ਤੁਸੀਂ ਅੱਜ ਜ਼ਿਕਰ ਕਰਨਾ ਚਾਹੋਗੇ? ਪੱਟੀ ਸਾਹਿਬ, ਸਭ ਤੋਂ ਵੱਡੀ ਜਿਹੜੀ ਚੇਂਜ ਇਹਦੇ 'ਚ ਆਉਣ ਵਾਲੀ ਹੈ, ਜਿਹੜੀ ਬਜਟ ਪਾਸ ਹੋਣ 'ਤੇ ਆ ਜਾਏਗੀ 1 ਅਪ੍ਰੈਲ ਤੋਂ, ਉਹ ਹੈ ਕਿ ਅੱਜ ਦੀ ਡੇਟ ਵਿੱਚ ਅਗਰ ਇਨਕਮ ਟੈਕਸ ਡਿਪਾਰਟਮੈਂਟ ਕਿਸੇ ਦੀ ਕੋਈ ਇਨਕੁਆਇਰੀ ਕਰਨੀ ਚਾਹੁੰਦਾ ਜਾਂ ਕਿਸੇ ਦਾ ਕੋਈ ਕੇਸ ਖੋਲ੍ਹਣਾ ਚਾਹੁੰਦਾ ਹੈ ਤੇ ਉਹ ਤਕਰੀਬਨ 7 ਸਾਲ ਪਿੱਛੇ ਜਾ ਸਕਦਾ ਹੈ ਜੀ। ਐਕਟ ਦੀ ਵਰਡ ਨੇ 6 years ਫਰੋਮ ਦਾ ਐਂਡ ਆਫ ਦਾ ਅਸੈਸਮੈਂਟ ਈਅਰ, ਟੋਟਲ ਉਹ 7 ਸਾਲ ਬਣ ਜਾਂਦੇ ਨੇ ਮੋਟੇ ਤੌਰ ਤੇ, ਸਿੰਪਲ ਲੈਂਗੁਏਜ ਵਿੱਚ। ਤੇ ਉਹ 7 ਸਾਲ ਦਾ ਪੀਰੀਅਡ ਜਿਹੜਾ ਉਹ ਅਸੈਸਮੈਂਟ ਈਅਰ ਤੋਂ 3 ਸਾਲ ਕੀਤਾ ਜਾ ਰਿਹਾ। ਮਤਲਬ 4 ਸਾਲ ਦੇ ਵਿੱਚ ਜੇ ਕੋਈ ਡਿਪਾਰਟਮੈਂਟ ਨੂੰ ਨਜ਼ਰ ਆਉਂਦੀ ਹੈ ਚੀਜ਼ ਜੋ ਕੇਸ ਖੁੱਲ ਸਕੇਗਾ, ਉਸ ਤੋਂ ਪਿਛਲਾ ਕੇਸ ਕੋਈ ਨਹੀਂ ਖੁੱਲ ਸਕੇਗਾ। ਇਹ ਬੜੀ ਵੱਡੀ ਚੇਂਜ ਤੇ ਬੜੀ ਵੱਡੀ ਰਾਹਤ ਹੈ ਕਿ ਆਮ ਜਨਤਾ ਨੂੰ ਪੁਰਾਣੇ ਜਿਹੜੇ ਰਿਕਾਰਡ ਜਿਹੜੇ ਨੇ ਆਮ ਬੰਦੇ ਨੂੰ ਜਾਂ ਬਿਜ਼ਨਸਮੈਨ ਨੂੰ ਸਾਹਮਣੇ ਨਹੀਂ ਪੈਣਗੇ। ਉਹਦੇ 'ਚ ਇੱਕ ਐਕਸੈਪਸ਼ਨ ਜ਼ਰੂਰ ਰੱਖੀ ਗਈ ਹੈ ਕਿ ਅਗਰ 50 ਲੱਖ ਤੋਂ ਜ਼ਿਆਦਾ ਦੀ ਕੋਈ ਡਿਪਾਰਟਮੈਂਟ ਨੂੰ ਚੀਜ਼ ਮਿਲਦੀ ਹੈ ਕਿ ਬੰਦੇ ਨੇ ਕੋਈ ਕੀ ਕਹਿੰਦੇ ਨੇ ਛੁਪਾਈ ਹੈ ਆਮਦਨ, ਤੇ ਫਿਰ ਉਹ ਲਿਮਿਟ ਜਿਹੜੀ ਉਹ 10 ਸਾਲ ਹੋਏਗੀ, ਤੇ ਅਦਰਵਾਈਜ਼ ਉਹ 3 ਸਾਲ ਪਲੱਸ 1 ਸਾਲ 4 ਸਾਲ ਦੀ ਲਿਮਿਟ ਹੋ ਜਾਏਗੀ। ਬਾਲੀ ਸਾਹਿਬ, ਤੁਹਾਡੇ ਮਹਿਕਮੇ ਨੇ ਲਿਟੀਗੇਸ਼ਨ ਖਤਮ ਕਰਨ ਵਾਸਤੇ ਕੋਈ ਸਕੀਮ ਸ਼ੁਰੂ ਕੀਤੀ ਹੋਈ ਹੈ? ਜੀ, ਉਹ ਇੱਕ ਬੜੀ ਇੰਪੋਰਟੈਂਟ ਸਕੀਮ ਹੈ। ਤੋ ਵਿਵਾਦ ਥਰੂ ਵਿਸ਼ਵਾਸ ਸਕੀਮ ਚੱਲ ਰਹੀ ਹੈ ਡਿਪਾਰਟਮੈਂਟ ਦੀ ਪਿਛਲੇ ਸਾਲ ਤੋਂ ਹੀ। ਉਹ ਐਜ਼ ਆਫ ਨਾਓ 31 ਮਾਰਚ ਤੱਕ ਉਹ ਸਕੀਮ ਅਵੇਲੇਬਲ ਹੈ। ਤੁਸੀਂ ਇਨਕਮ ਟੈਕਸ ਇੰਡੀਆ GOV ਦੀ ਸਾਈਟ ਤੇ ਜਾ ਕੇ ਸਕੀਮ ਨੂੰ ਈਜ਼ੀਲੀ ਪੜ੍ਹ ਸਕਦੇ ਹੋ, ਸਮਝ ਸਕਦੇ ਹੋ। ਮੈਂ ਜੇ ਉਹਨੂੰ ਤੁਹਾਨੂੰ ਪਲੇਨ ਲਫ਼ਜ਼ਾਂ 'ਚ ਦੱਸਾਂ, ਜੇ ਤੁਹਾਡੀ ਕੋਈ ਵੀ ਲਿਟੀਗੇਸ਼ਨ ਚੱਲ ਰਹੀ ਹੈ ਕਮਿਸ਼ਨਰ ਲੈਵਲ ਤੇ, ਹਾਈ ਕੋਰਟ, ਸੁਪਰੀਮ ਕੋਰਟ ਲੈਵਲ ਤੇ ਤੁਸੀਂ ਟੈਕਸ ਦਾ ਕੁਝ ਪਰਸੈਂਟੇਜ 50% ਜਾਂ 100%, ਲੇਕਿਨ ਕੋਈ ਵਿਆਜ ਨਹੀਂ, ਕੋਈ ਪੈਨਲਟੀ ਨਹੀਂ, ਕੋਈ ਪ੍ਰੋਸੀਕਿਊਸ਼ਨ ਨਹੀਂ ਜੀ, ਇਸ ਤੋਂ ਬਚ ਕੇ ਤੁਸੀਂ ਆਪਣਾ ਸਿਰਫ ਟੈਕਸ ਦੇ ਕੇ ਉਸ ਲਿਟੀਗੇਸ਼ਨ ਤੋਂ ਛੁਟਕਾਰਾ ਪਾ ਸਕਦੇ ਹੋ ਹਮੇਸ਼ਾ ਲਈ। ਤੋ ਇਸ ਮਾਧਿਅਮ ਤੋਂ ਮੈਂ ਵੀ ਕਹਿਣਾ ਚਾਹੂੰਗਾ ਵੀ ਜਿਹੜੇ ਵੀ ਲੋਕ ਹਲੇ ਹੈਗੇ ਨੇ ਜਲੰਧਰ ਦੇ ਏਰੀਆ ਦੇ ਵਿੱਚ,
ਉਹ ਇਸ ਸਕੀਮ ਦਾ ਫਾਇਦਾ ਉਠਾ ਸਕਦੇ ਆ। ਅਖੀਰ ਤੇ ਲੋਕਾਂ ਨੂੰ ਕੀ ਰਾਏ ਦੇਣਾ ਚਾਹੋਗੇ ਸਰ? ਲੋਕਾਂ ਨੂੰ ਇਹੀ ਰਾਏ ਹੈ ਕਿ ਟੈਕਸ ਜਿਹੜਾ ਉਹਨੂੰ ਤੁਸੀਂ ਆਪਣਾ ਯੋਗਦਾਨ ਸਮਝੋ ਜੀ। ਟੈਕਸ ਕੋਈ ਘਬਰਾਉਣ ਵਾਲੀ ਚੀਜ਼ ਨਹੀਂ ਹੈ ਜੀ ਜੀ। ਡਿਪਾਰਟਮੈਂਟ ਇਸ ਵੇਲੇ ਕਰਦਾਤਾ ਫਰੈਂਡਲੀ ਹੈ ਜੀ। ਸਾਡੇ ਇਨਕਮ ਟੈਕਸ ਹਊਆ ਨਹੀਂ ਹੈ। ਨਹੀਂ ਹਊਆ ਤਾਂ ਵਰਡ ਸਾਨੂੰ ਆਪਣੀ ਡਿਕਸ਼ਨਰੀ ਚੋਂ ਕੱਢ ਦੇਣਾ ਚਾਹੀਦਾ। ਅਸੀਂ ਬਹੁਤ ਜ਼ਿਆਦਾ ਇੱਕ ਅਸੈਸੀ ਜਾਂ ਟੈਕਸ ਪੇਅਰ ਫਰੈਂਡਲੀ ਡਿਪਾਰਟਮੈਂਟ ਹੈਗੇ ਆ। ਤਾਂ ਤੁਸੀਂ ਇਹਨੂੰ ਆਪਣੀ ਕੰਟਰੀਬਿਊਸ਼ਨ ਸਮਝੋ, ਤੁਹਾਡੀ ਕੰਟਰੀਬਿਊਸ਼ਨ ਦੇ ਨਾਲ ਹੀ ਦੇਸ਼ ਖੜਾ ਹੈ ਜੀ। ਮੈਨੂੰ ਲੱਗਦਾ ਤੁਹਾਨੂੰ ਸਾਰੇ ਸਵਾਲਾਂ ਦਾ ਜਵਾਬ ਮਿਲ ਗਿਆ ਹੋਵੇਗਾ। ਤੁਹਾਡਾ ਦੋਵਾਂ ਦਾ ਜੀ ਬਹੁਤ ਬਹੁਤ ਧੰਨਵਾਦ।